ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਪ੍ਰਿਯੰਕਾ ਬੈਂਸ। ਪ੍ਰਿਯੰਕਾ ਜੀ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਅੱਜ ਫੈਮਲੀਜ਼ ਬਾਰੇ। ਉਂਝ ਤਾਂ ਜਦੋਂ ਫੈਮਿਲੀ ਲੱਗਦਾ ਹੈ ਕਿ ਗੱਲਬਾਤ ਇਹਦੇ 'ਚ ਫੈਮਿਲੀ ਦੀ ਕੀ ਕਰਨੀ ਹੁੰਦੀ, ਫੈਮਿਲੀ ਮੀਨ ਫੈਮਿਲੀ ਫੈਮਿਲੀ ਮੀਨ ਫੈਮਿਲੀ ਪਰ ਫੈਮਿਲੀ ਕੀ ਹੈ ਇਹ ਥੋੜਾ ਜਿਹਾ ਸੈਂਸਿਟਿਵ ਸਬਜੈਕਟ ਵੀ ਹੈਗਾ। Yes. ਠੀਕ ਹੈ ਪ੍ਰਿਯੰਕਾ ਜੀ, ਵਾਟ ਇਜ਼ ਫੈਮਿਲੀ? For me, family can be anybody. Anybody that you're close to, anybody that you can depend on. ਕਿਸੇ ਦੇ ਵੀ ਨਾਲ ਤੁਸੀਂ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਕਈ ਵਾਰੀ ਸਾਡੇ ਫਰੈਂਡ ਸਾਡੇ ਇੰਨੇ ਕਲੋਜ਼ ਹੋ ਜਾਂਦੇ ਕਿ ਉਹ ਸਾਡੀ ਫੈਮਿਲੀ ਬਣ ਜਾਂਦੇ ਆ ਬਿਕਾਜ਼ we are comfortable with them, we are dependable on them. ਤੇ ਮੈਨੂੰ ਲੱਗਦਾ ਕਿ ਫੈਮਿਲੀ ਸਾਡੇ ਵਾਸਤੇ ਉਹ ਹੈਗੀ ਹੈ ਜਿਹੜੀ ਜਿਹਦੇ ਅਸੀਂ ਡਿਪੈਂਡ ਕਰਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਕੰਫਰਟੇਬਲ ਡਸਨਟ ਮੈਟਰ ਪੇਰੈਂਟਸ ਹੈ, ਬੱਚੇ ਹੈ, ਕੋਈ ਹੈਗੇ ਆ ਜਾਂ ਅੱਛਾ। ਮਤਲਬ ਤੁਹਾਡਾ ਕਹਿਣ ਤੋਂ ਮਤਲਬ ਫੈਮਿਲੀ ਉਹ ਨਹੀਂ ਹੈ ਜਿਹੜੀ ਇੱਕ ਛੱਤ ਹੇਠ ਰਹਿੰਦੇ ਇਕੱਠੇ ਰਹਿੰਦੇ, ਸਿਰਫ ਉਹ ਨਹੀਂ ਹੈਗੀ, ਉਹ ਨਹੀਂ ਹੈ, ਉਹ ਤੇ ਹੈਗੀ, ਉਹ ਤਾਂ ਹੈ ਹੀ ਹੈ, ਜਾਂ ਉਹ ਤੇ ਹੈਗਾ ਹੀ ਹੈਗਾ ਬਟ ਸਿਰਫ ਉਹ ਨਹੀਂ ਹੈਗੀ ਆ ਕਿਉਂਕਿ ਓਵਰ ਦਾ ਟਾਈਮ ਹੁਣ ਦੇਖੋ ਇੱਦਾਂ ਆ, ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਾਂ ਕਿ ਮੇਰੇ ਪੇਰੈਂਟਸ ਇੰਡੀਆ ਨੇ ਤੇ ਮੈਂ ਇੱਥੇ ਹੈਗੀ ਆ ਤੇ ਇੱਥੇ ਮੈਨੂੰ ਹੁਣ ਮੈਂ 2004 ਚ ਆਈ ਸੀਗੀ ਤੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਮੈਂ ਕਈ ਲੋਕਾਂ ਨੂੰ ਮਿਲੀ ਆ, ਕਈ ਲੋਕੀ ਮੇਰੀ ਲਾਈਫ ਵਿੱਚ ਆਏ ਤੇ ਚਲੇ ਗਏ ਤੇ ਬਹੁਤ ਘੱਟ ਲੋਕੀ ਨੇ ਜਿਹੜੀ ਆਏ ਤੇ ਉਹ ਰਹਿ ਗਏ ਤੇ ਜਿਹੜੇ ਰਹਿ ਜਾਂਦੇ ਆ ਤੁਹਾਡੀ ਲਾਈਫ ਵਿੱਚ ਹਮੇਸ਼ਾ ਵਾਸਤੇ, ਇਹਦਾ ਮਤਲਬ ਤੁਹਾਡੇ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਹਰ ਚੀਜ਼ ਵਿੱਚ ਤੁਹਾਡੇ ਨਾਲ ਖੜੇ ਹੁੰਦੇ ਆ ਤੇ ਤੁਹਾਡੀ ਫੈਮਿਲੀ ਤੇ ਹੁਣ ਜਿੱਦਾਂ ਮੇਰੇ ਪੇਰੈਂਟਸ ਦੀ ਥਾਂ ਕੋਈ ਨਹੀਂ ਲੈ ਸਕਦਾ, ਉਹ ਮੇਰੀ ਫੈਮਿਲੀ ਆ ਰਾਈਟ, ਬਟ ਜਿਹੜੇ ਤੁਹਾਡੇ ਇਦਾਂ ਕਲੋਜ਼ ਰਿਲੇਸ਼ਨਸ਼ਿਪ ਬਣ ਜਾਂਦੇ ਆ ਉਹ ਵੀ ਤੁਹਾਡੀ ਫੈਮਿਲੀ ਬਣ ਜਾਂਦੇ ਆ ਆਫਟਰ ਅ ਸਰਟਨ ਟਾਈਮ। ਬਿਲਕੁਲ। ਕਈ ਵਾਰੀ ਸਾਡੇ ਸ਼ੁਰੂ ਚ ਫਰੈਂਡ ਹੁੰਦੇ ਆ, ਫਿਰ ਫਰੈਂਡ ਸਰਕਲ ਅਸੀਂ ਕਹਿ ਦਿੰਦੇ ਆ ਇੱਕ ਤੋਂ ਵੱਧ 2 4 10 20 ਹੋ ਗਏ, ਫਿਰ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਵਿੱਚੋਂ ਇਹਨਾਂ ਫਰੈਂਡਸ ਵਿੱਚੋਂ ਇੱਕ ਕੋਈ ਖਾਸ ਫਰੈਂਡ ਹੈਗਾ ਜਿਹਨੂੰ ਮੇਰੀ ਬਹੁਤ ਕੇਅਰ ਹੈ, ਮੇਰਾ ਬਹੁਤ ਧਿਆਨ ਰੱਖਦਾ ਜਾਂ ਮੈਨੂੰ ਉਹਦਾ ਧਿਆਨ ਰੱਖਣਾ ਚਾਹੀਦਾ, ਇਸ ਤਰ੍ਹਾਂ ਦੀ ਗੱਲ ਹੁੰਦੀ ਨਾ ਜੀ। ਤੇ ਫਰੈਂਡਸ਼ਿਪ ਤੇ ਮਿਊਚੁਅਲੀ ਹੁੰਦੀ ਆ ਹਮੇਸ਼ਾ, ਇੱਕ ਤੁਸੀਂ ਇੱਕ ਦੂਜੇ ਵਾਸਤੇ ਜਦ ਖਿੱਚ ਪੈਂਦੀ ਆ ਤਾਂ ਹੀ ਫਰੈਂਡਸ਼ਿਪ ਬਣਦੀ ਆ। ਹਾਂ, ਅਸੀਂ ਉਹਨੂੰ ਇੰਟਰੋਡਿਊਸ ਵੀ ਇਸ ਤਰੀਕੇ ਨਾਲ ਕਰਦੇ ਹਾਂ ਜੀ, ਸ਼ੀ ਇਜ਼ ਮਾਈ ਫਰੈਂਡ ਜਸਟ ਲਾਈਕ ਸਿਸਟਰ, ਏਦਾਂ ਆਪਾਂ ਗੱਲ ਕਰਦੇ ਹਾਂ। ਤੇ ਉਂਝ ਇਹ ਗੱਲ ਠੀਕ ਹੈ ਕਿ ਇੱਕ ਛੱਤ ਹੇਠ ਰਹਿਣ ਵਾਲੀ ਫੈਮਿਲੀ ਤਾਂ ਹੈ ਹੀ ਹੈ, ਪਰ ਉਹ ਸਿਰਫ ਉਹ ਹੀ ਨਹੀਂ ਹੈ, ਉਹ ਲੋਕ ਵੀ ਹੈ ਜਿਹੜੇ ਤੁਹਾਡੀ ਕੇਅਰ ਕਰਦੇ ਹੈਗੇ ਆ, ਜਿਨ੍ਹਾਂ ਦੀ ਤੁਸੀਂ ਕੇਅਰ ਕਰਦੇ ਹੈਗੇ ਹੋ, ਜਿਨ੍ਹਾਂ ਦੇ ਨਾਲ ਤੁਸੀਂ ਰਹਿਣਾ ਪਸੰਦ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਮਿਲਣਾ ਪਸੰਦ ਕਰਦੇ ਹੋ। ਕਈ ਵਾਰ ਤੁਹਾਨੂੰ ਹੁੰਦਾ ਨਾ ਜੀ ਕਿਸੇ ਕੋਈ ਫੈਮਿਲੀ ਇਸ ਤਰ੍ਹਾਂ ਦੀ ਹੈਗੀ ਆ, ਕੋਈ ਫਰੈਂਡ ਤੁਹਾਡੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਅੱਜ ਫੋਨ ਨਹੀਂ ਕੀਤਾ, ਅੱਜ ਕੁਝ ਮਿਸਿੰਗ ਆ, ਕੁਝ ਗੱਲ ਰਹਿ ਗਈ ਹੈ, ਠੀਕ ਹੈ, ਜਾਂ ਅੱਜ ਫੋਨ ਨਹੀਂ ਆਇਆ, ਜਾਂ ਕੋਈ ਚਲੋ ਇੰਪੋਰਟੈਂਟ ਡੇਜ਼ ਹੁੰਦੇ ਆ ਫੈਮਿਲੀ ਦੇ ਵਿੱਚ, ਬੱਚਿਆਂ ਦੀ ਮੈਰਿਜ ਹੈਗੀ ਆ, ਕੋਈ ਐਨੀਵਰਸਰੀ ਹੈਗੀ ਆ, ਬਰਥਡੇ ਹੈਗਾ, ਕੋਈ ਬੱਚਿਆਂ ਨੇ ਤੁਸੀਂ ਸੋਚਦੇ ਹੋ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਕੁਝ ਲੈਣ ਜਾਣਾ, ਸ਼ਾਪਿੰਗ ਕਰਨ ਜਾਣੀ ਆ ਕਿਸੇ ਸਟੋਰ 'ਚ, ਕੋਈ ਖਾਸ ਕਿਸਮ ਦੀ ਮੰਨ ਲਓ ਸੇਲ ਹੀ ਲੱਗੀ ਹੈ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਉਹ ਬੱਚਿਆਂ ਦੀ ਹੈਗਾ ਜੀ ਇੱਕ ਉੱਥੇ ਟੋਏ ਸਟੋਰ ਹੈਗਾ, ਉੱਥੇ ਉਹਨਾਂ ਵਾਸਤੇ ਲੈ ਚਲੀਏ ਹੈਨਾ, ਆਪਣੇ ਬੱਚੇ ਨੇ ਲੈਣਾ, ਉਹਨਾਂ ਦੀ ਦੂਸਰੀ ਫੈਮਿਲੀ ਦਾ ਬੱਚਾ ਵੀ ਉੱਡਾ ਹੀ ਹੈ, ਉਸੇ ਉਮਰ ਦਾ ਹੈਗਾ ਤੇ ਬੱਚਿਆਂ ਦੇ ਆਪਸ ਵਿੱਚ ਵੀ ਪਿਆਰ ਸੀ, ਕਹਿੰਦੇ ਇਹ ਤਾਂ ਚਲੋ ਆਪਾਂ ਇਹਦੇ ਵਾਸਤੇ ਲੈ ਲੈਣਾ, ਇੱਕ ਹੋਰ ਲੈ ਲਈਏ ਦੈਟਸ ਟਰੂ। ਇਹ ਮੈਨੂੰ ਲੱਗਦਾ ਕਿ ਇਸ ਤਰੀਕੇ ਦੇ ਇਮੋਸ਼ਨਸ ਜਿਹੜੇ ਆ ਇਹ ਫੈਮਿਲੀ ਸੈਟਅਪ ਨੂੰ ਕ੍ਰੀਏਟ ਕਰਦੇ ਆ, ਠੀਕ ਹੈ ਨਾ। ਤੇ ਹੋਰ ਤੁਸੀਂ ਕੀ ਸਮਝਦੇ ਹੋ? ਚਲੋ ਮੈਂ ਹੀ ਜ਼ਿਆਦਾ ਬੋਲੀ ਜਾਣਾ, ਪੁੱਛਣਾ ਤਾਂ ਤੁਹਾਨੂੰ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜਿਹੜਾ ਕੁਝ ਤੁਸੀਂ ਕਹਿੰਦੇ ਹੋ। ਸੀ ਦੇਖੀਏ ਫੈਮਿਲੀ ਵਿੱਚ ਸਿਰਫ ਇਹ ਨਹੀਂ ਹੈਗਾ ਕਿ ਜਾਂ ਤੁਹਾਡੇ ਪੇਰੈਂਟਸ ਨੇ ਉਹਨਾਂ ਦਾ ਤੁਹਾਡੇ ਵੱਲ ਡਿਊਟੀ ਹੈਗੀ ਹੈ ਕਿ ਹਾਂਜੀ ਇਹਨਾਂ ਨੂੰ ਸਕੂਲ ਛੱਡ ਕੇ ਆਉਣਾ, ਲੈ ਕੇ ਆਉਣਾ ਆ। ਮੈਂ ਵੀ ਸੋਚਦੀ ਹਾਂ ਕਿ ਫੈਮਿਲੀਜ਼ ਦਾ ਇੱਕ ਬਹੁਤ ਵੱਡਾ ਪਾਰਟ ਹੈਗਾ ਆ ਆਪਣੇ ਬੱਚੇ ਨੂੰ ਸਿਰਫ ਪੜ੍ਹਾਈ ਲਿਖਾਈ ਤੇ ਛੱਤ ਦੇਣ ਤੋਂ ਇਲਾਵਾ ਰਿਸਪੈਕਟ ਕਰਨ ਲਈ ਸਿਖਾਉਣੀ, ਵੱਡਿਆਂ ਦੀ ਤੇ ਛੋਟਿਆਂ ਦੀ ਵੀ, ਤੇ ਕਿਹਦੇ ਨਾਲ ਕਿੱਦਾਂ ਰਹਿਣਾ ਆ, ਵਿਵਹਾਰ। ਤੁਸੀਂ ਜਿੱਦਾਂ ਅਸੀਂ ਕਹਿੰਦੇ ਨਾ, ਅਸੀਂ ਆਪਣੇ ਕਲਚਰ ਵਿੱਚ ਕਹਿ ਦਿੰਦੇ ਹਾਂ ਕਿ ਉਹਦੇ ਨਾਲ ਵਿਵਹਾਰ ਕਰਨਾ ਆ ਅਸੀਂ, ਹੈ ਨਾ, ਤੇ ਉਹ ਕਿੱਦਾਂ ਕਰਨਾ ਆ, ਤੁਸੀਂ ਆਪਣੀ ਸੁਸਾਇਟੀ ਵਿੱਚ ਕਿੱਦਾਂ ਰਹਿਣਾ ਆ, ਉਹ ਅਸੀਂ ਆਪਣੀ ਫੈਮਿਲੀ ਚੋਂ ਸਿੱਖਦੇ ਹਾਂ, ਹੈ ਨਾ। ਜਦ ਅਸੀਂ ਆਪਣੀ ਫੈਮਿਲੀ ਤੋਂ ਇਹ ਸਿੱਖਦੇ ਹਾਂ ਕਿ ਸਾਡੇ ਘਰ ਸਿਰਫ ਇਹ ਨਹੀਂ ਹੈਗਾ ਕਿ ਮਾਂ ਪਿਓ ਵੱਡੇ ਨੇ ਤੇ ਉਹਨਾਂ ਦੀ ਰਿਸਪੈਕਟ ਕਰਨੀ ਆ, ਜੇ ਕੋਈ ਛੋਟਾ ਵੀ ਆਇਆ ਆ ਤੇ ਉਹਦੀ ਵੀ ਉਨੀ ਹੀ ਰਿਸਪੈਕਟ ਹੈਗੀ ਆ, ਰਿਸਪੈਕਟ ਹੈ, ਪਿਆਰ ਹੈਗਾ। ਤੇ ਜੇ ਤੁਹਾਡੇ ਘਰ ਵਿੱਚ ਵੀ ਕੋਈ ਆਇਆ ਹੈਗਾ ਤੇ ਉਹਨੂੰ ਆਈ ਥਿੰਕ ਇਸ ਚੀਜ਼ ਵਾਸਤੇ ਫੈਮਿਲੀ ਬਹੁਤ ਇੰਪੋਰਟੈਂਟ ਆ, ਕਿਉਂਕਿ ਇਹ ਚੀਜ਼ ਪੇਰੈਂਟਸ ਆਪਣੇ ਬੱਚਿਆਂ ਨੂੰ ਦੇ ਸਕਦੇ ਆ। ਤੁਸੀਂ ਇਹ ਵੀ ਕਹਿਣਾ ਚਾਹੁੰਦੇ ਹੋ ਕਿ ਸੰਸਕਾਰ ਜਿਹੜੇ ਹੁੰਦੇ ਆ, ਠੀਕ ਹੈ ਜੀ, ਉਹ ਵੀ ਤੁਸੀਂ ਇੱਕ ਫੈਮਿਲੀ ਸੈਟਅਪ ਦੇ ਵਿੱਚੋਂ ਹੀ ਸਿੱਖਦੇ ਹੋ ਜਾਂ ਸਿਖਾਉਂਦੇ ਹੋ?
ਸਿਖਾਉਣ ਦੇ ਸੈਂਸ ਤਾਂ ਕਿ ਤੁਸੀਂ ਵੱਡੇ ਹੋ, ਤੁਸੀਂ ਬੱਚਿਆਂ ਨੂੰ ਦੱਸਣਾ ਹੁੰਦਾ ਸਾਰਾ ਕੁਝ, ਸਿੱਖਦੇ ਹੋ ਤੁਸੀਂ ਇੱਕ ਮਿਡਲ ਏਜ ਵਿੱਚ ਹੈਗੇ ਹੋ, ਤੁਸੀਂ ਆਪਣੇ ਪੇਰੈਂਟਸ ਤੋਂ ਗ੍ਰੈਂਡ ਪੇਰੈਂਟਸ ਤੋਂ ਸਿੱਖਿਆ ਹੈਗਾ, ਹੁਣ ਤੁਹਾਡੀ ਡਿਊਟੀ ਹੈ ਕਿ ਸਾਰਾ ਕੁਝ ਸਿੱਖਿਆ ਉਹਨੂੰ ਅੱਗੇ ਤੁਸੀਂ ਪਾਸ ਆਨ ਕਰਨਾ ਹੈ। ਠੀਕ ਹੈ ਜੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਫੈਮਿਲੀ ਦੇ ਵਿੱਚ ਮੈਂ ਕਈ ਗੱਲਾਂ ਇਸ ਤਰ੍ਹਾਂ ਦੇਖੀਆਂ ਕਿ ਸਾਰੇ ਆਪੋ ਆਪਣੇ ਕੰਮਾਂ 'ਚ ਬਿਜ਼ੀ ਹੈਗੇ ਆ, ਪਰ ਕਈ ਵਾਰੀ ਇੱਦਾਂ ਹੁੰਦਾ ਵੀ ਫੈਮਿਲੀ ਦਾ ਕੋਈ ਹੈ ਉਹ TV ਦੇਖਦਾ ਪਿਆ, ਦੂਸਰਾ ਜਿਹੜਾ ਹੈਗਾ ਮੈਂਬਰ ਕੋਈ ਆਪਣਾ ਆਈਪੈਡ ਲੈ ਕੇ ਬੈਠਾ, ਤੀਸਰਾ ਕੋਈ ਹੈਗਾ ਜਿਹੜਾ ਉਹ ਕੰਪਿਊਟਰ ਦੇ ਉੱਤੇ ਬੈਠਾ, ਚੌਥਾ ਜਿਹੜਾ ਆਪਣੇ ਕਿਸੇ ਫਰੈਂਡ ਨਾਲ ਗੱਲਬਾਤ ਹੀ ਕਰੀ ਜਾ ਰਿਹਾ ਫੋਨ ਤੇ, ਸਾਰੇ ਹੀ ਆਪੋ ਆਪਣੇ ਬਿਜ਼ੀ ਹੈ। ਘਰ ਵਿੱਚ 4-5 ਜੀ ਹੈਗੇ ਆ, ਉਹਨੂੰ ਤੁਸੀਂ ਕੀ ਉਹ ਫੈਮਿਲੀ ਨਹੀਂ, ਉਹੀ ਮਤਲਬ ਹੋ ਗਿਆ ਨਾ ਕਿ ਫੈਮਿਲੀ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਕਿ ਛੱਤ ਦੇਤੀ ਸਰ ਤੇ ਅਸੀਂ ਵੱਡਾ ਕਰ ਲਿਆ, ਅਸੀਂ ਪੜ੍ਹਾਈ ਲਿਖਾਈ ਕਰਾਤੀ ਤੇ ਖਾਣਾ ਪ੍ਰੋਵਾਈਡ ਕਰਤਾ, ਰਾਈਟ। ਜਦ ਤੱਕ ਤੁਹਾਡਾ ਆਪਸ 'ਚ ਕਨੈਕਟ ਨਹੀਂ ਹੈਗਾ, ਉਹ ਕਨੈਕਟ ਬਣਦਾ ਹੀ ਤਾਂ ਆ ਜਦ ਪੇਰੈਂਟਸ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਆ। ਆਈ ਨੋ ਕਿ ਅੱਜ ਦੀ ਡੇਟ ਵਿੱਚ ਇਹ ਚੀਜ਼ ਬਹੁਤ ਔਖੀ ਹੋ ਜਾਂਦੀ ਆ, ਕੰਮ ਵੀ ਹੈਗੇ ਨੇ, ਆਪਣਾ ਘਰ ਵੀ ਸਾਹਮਣਾ, ਕੰਮ ਵੀ ਸਾਹਮਣਾ, ਬਾਹਰ ਦੀ ਸੁਸਾਇਟੀ ਵੀ ਕਰਨੀ, ਇਟ ਗੈਟਸ ਵੈਰੀ ਹਾਰਡ, ਹੈ ਨਾ। ਤੇ ਮੇਰੇ ਵੀ 2 ਛੋਟੇ ਬੱਚੇ ਨੇ, ਤੇ ਪਰ ਟਾਈਮ ਟੂ ਟਾਈਮ ਜਿੱਦਾਂ ਸਾਡਾ ਰੂਲ ਹੈਗਾ ਕਿ ਕੋਈ TV ਨਹੀਂ ਦੇਖਣਾ, ਕੁਛ ਨਹੀਂ ਕਰਨਾ। ਬੇਸ਼ੱਕ ਤੁਸੀਂ 1-2 ਬੰਦੇ ਡਾਈਨਿੰਗ ਟੇਬਲ ਤੇ ਬੈਠੇ ਆ, 2 ਬੰਦੇ ਸੋਫੇ ਤੇ ਬੈਠ ਕੇ ਖਾਣਾ ਖਾ ਰਹੇ ਨੇ, ਦੈਟਸ ਓਕੇ, ਪਰ ਅਸੀਂ ਇੱਕੋ ਹੀ ਰੂਮ 'ਚ ਬੈ ਕੇ ਅਸੀਂ ਆਪਸ 'ਚ ਗੱਲਾਂ ਕਰੀ ਜਾਣੀਆਂ ਨੇ ਤੇ ਅਸੀਂ ਖਾਣਾ ਇਕੱਠੇ ਬੈ ਕੇ। ਇਹ ਫੈਮਿਲੀ ਯੂਨਿਟ ਜਿਹੜਾ ਹੈ, ਇਹਨੂੰ ਮਜ਼ਬੂਤ ਰੱਖਣ ਲਈ, ਸਟਰੋਂਗ ਰੱਖਣ ਦੇ ਲਈ, ਇਕੱਠੇ ਰੱਖਣ ਦੇ ਲਈ ਹੋਰ ਕੀ ਹੋਣਾ ਚਾਹੀਦਾ? ਇੱਕ ਤਾਂ ਤੁਸੀਂ ਦੱਸ ਦਿੱਤਾ ਕਿ ਸਾਰੇ ਇਕੱਠੇ ਬੈਠ ਜਾਓ, ਡਜ਼ਨਟ ਮੈਟਰ 2 ਡਾਈਨਿੰਗ ਟੇਬਲ ਤੇ ਬੈਠੇ ਆ, 2 ਸੋਫੇ ਤੇ ਬੈਠੇ ਆ, ਜਾਂ ਚਲੋ ਬੈਕ ਹੋਮ ਵਿੱਚ ਸਾਡੇ ਹੁੰਦਾ ਸੀਗਾ ਵੀ ਜ਼ਮੀਨ ਤੇ ਵੀ ਬੈਠਦੇ ਸੀ, ਚਟਾਈ ਵਿਛਾ ਕੇ। ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਜਿੱਦਾਂ ਇਕੱਠੇ ਹੋਣ, ਚਾਹੇ ਇਹ ਨਹੀਂ ਹੈਗਾ ਕਿ ਅਸੀਂ ਇੱਕ ਬੰਦਾ ਫੋਨ ਤੇ ਆਪਣਾ ਕੰਮ ਕਰ ਰਿਹਾ, ਇੱਕ ਬੰਦਾ ਬੱਚਾ ਆਈਪੈਡ ਲੈ ਕੇ ਬੈਠੇ ਖਾਣਾ ਖਾ ਰਹੇ ਨੇ, ਉਹ ਨਹੀਂ ਹੋਣਾ ਚਾਹੀਦਾ। ਤੇ ਇਸ ਯੂਨਿਟ ਨੂੰ ਸਟਰੋਂਗ ਕਿਵੇਂ ਬਣਾਇਆ ਜਾ ਸਕਦਾ? ਬੜੀ ਚੰਗੀ ਗੱਲ ਪੁੱਛੀ ਹੈ ਤੁਸੀਂ। ਐਕਚੁਅਲੀ ਕੱਲ੍ਹ ਹੀ ਮੈਂ ਆਪਣੇ ਮੁੰਡੇ ਦੇ ਨਾਲ ਗੱਲ ਕਰਦੀ ਸੀਗੀ। ਆਈ ਸੈਡ, ਕਿਉਂਕਿ ਉਹ ਮੈਨੂੰ ਕਹਿੰਦਾ ਮੰਮੀ ਮੈਂ ਲੇਟ ਹੋ ਰਿਹਾ, ਮੈਂ ਸਕੂਲ ਵਾਸਤੇ ਲੇਟ ਹੋ ਰਿਹਾ ਆ, ਤੇ ਮੈਂ ਕਾਫੀ ਨਾ ਇਕੱਲੀ ਲੱਗੀ ਹੋਈ ਸੀਗੀ, ਆਪਣੀ ਕੁੜੀ ਨੂੰ ਰੈਡੀ ਕਰਦੀ ਸੀਗੀ ਜਾਣ ਵਾਸਤੇ, ਤੇ ਉਹਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਮੰਮੀ ਮੈਂ ਹੈਲਪ ਕਰ ਦੇਵਾਂ। ਤੇ ਉਸ ਟਾਈਮ ਤੇ ਮੈਂ ਇਹਨੂੰ ਕੁਛ ਨਹੀਂ ਕਿਹਾ। ਜਦ ਮੈਂ ਆਪਣੀ ਕੁੜੀ ਨੂੰ ਡ੍ਰੌਪ ਕਰਦਾ ਤੇ ਮੈਂ ਕਿਹਾ ਮੈਂ ਸਿਰਫ ਉਹਨੂੰ ਨਹੀਂ ਛੱਡਣਾ, ਆਈ ਹੈਵ ਟੂ ਥਿੰਕ ਅਬਾਊਟ ਯੂ, ਮੈਂ ਤੇਰੇ ਬਾਰੇ ਵੀ ਸੋਚਣਾ, ਆਪਣੀ ਕੁੜੀ ਬਾਰੇ ਵੀ ਸੋਚਣਾ। ਸੋ ਇਟਸ ਅ ਗਰੁੱਪ। ਆਈ ਸੈਡ ਸਾਡੀ ਜਿਹੜੀ ਥਿੰਕਿੰਗ ਹੋਣੀ ਚਾਹੀਦੀ ਹੈ ਉਹ ਗਰੁੱਪ ਦੀ ਹੋਣੀ ਚਾਹੀਦੀ ਹੈ, ਇੰਡੀਵਿਜੂਅਲ ਨਹੀਂ ਹੋਣੀ ਚਾਹੀਦੀ ਆ। ਅੱਜ ਕੱਲ੍ਹ ਕੀ ਹੋ ਰਿਹਾ ਕਿ ਸਾਡੇ ਬੱਚਿਆਂ ਵਿੱਚ ਇੰਡੀਵਿਜੂਅਲ ਥਿੰਕਿੰਗ ਆ ਰਹੀ ਆ ਕਿ ਮੈਂ ਅੱਗੇ ਕਿੱਦਾਂ ਹੋਵਾਂ, ਉੱਥੇ ਫੈਮਿਲੀ ਟੁੱਟ ਜਾਂਦੀ ਹੈ। ਬਿਕਾਜ਼ ਫੈਮਿਲੀ ਦਾ ਮਤਲਬ ਹੈਗਾ ਜਿਹੜਾ ਤੁਹਾਡਾ ਇੱਕ ਗਰੁੱਪ ਹੋ ਗਿਆ। ਤੇ ਮੈਂ ਉਹਨੂੰ ਐਕਚੁਅਲੀ ਕੱਲ੍ਹ ਹੀ ਅਸੀਂ ਇਹ ਗੱਲ ਕੀਤੀ ਕਿ think of everybody, ਸਿਰਫ ਇਹ ਨਹੀਂ ਸੋਚ ਕਿ ਮੈਂ ਲੇਟ ਹੋ ਰਿਹਾ, ਇਹ ਸੋਚ ਕਿ ਅਸੀਂ ਸਾਰੇ ਨਾਲ ਲੇਟ ਹੋ ਜਾਈਏ ਤੇ ਮੈਂ ਹੈਲਪ ਕਰ ਦੇਵਾਂ। ਸੋ ਆਈ ਥਿੰਕ ਇਹ ਚੀਜ਼ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਆ ਕਿ ਯੂ ਵਰਕ ਐਜ਼ ਅ ਗਰੁੱਪ, ਤੇ ਤੁਸੀਂ ਇਕੱਲੇ ਨਹੀਂ ਹੈਗੇ ਆ। ਇਹ ਨਹੀਂ ਹੈਗਾ ਕਿ ਇਕੱਲਾ ਸਕੂਲ ਚੱਲ ਜਾਊਂਗਾ, ਮੈਂ ਸਿਰਫ ਤੈਨੂੰ ਹੀ ਛੱਡ ਕੇ ਫਿਰ ਮੈਂ ਘਰ ਆ ਜਾਊਂਗੀ। ਮੈਂ ਤੈਨੂੰ ਸਕੂਲ ਛੱਡਣ ਤੋਂ ਬਾਅਦ ਵੀ ਮੈਨੂੰ ਇੰਨੇ ਸਾਰੇ ਕੰਮ ਨੇ ਜਿਹੜੇ ਇਹਦੇ ਨਾਲ ਚੱਲਦੇ ਆ, ਜੇ ਮੇਰੀ ਹੈਲਪ ਕਰ ਦਊਂਗਾ ਤੇ ਐਜ਼ ਅ ਟੀਮ ਵਰਕ ਫੈਮਿਲੀ ਉੱਥੇ ਆ, ਕਿਉਂਕਿ ਅਸੀਂ ਟੀਮ ਵਰਕ ਕੰਮ ਕਰਦੇ ਆ। ਇਸ ਤਰੀਕੇ ਦੀ ਰਿਸਪੌਂਸਿਬਿਲਿਟੀਜ਼ ਸਾਰਿਆਂ ਨੂੰ ਸਮਝਣੀਆਂ ਪੈਣਗੀਆਂ, ਸਾਰਿਆਂ ਨੂੰ ਸਮਝਣੀਆਂ ਪੈਂਦੀਆਂ। ਇੱਕ ਮਦਰ ਜਾਂ ਇੱਕ ਫਾਦਰ ਨਹੀਂ ਕੁਝ ਕਰ ਸਕਦੇ। ਜੇ ਬੱਚੇ ਇਕੱਲੇ ਸੋਚੀ ਜਾਣ ਤੇ ਪੇਰੈਂਟਸ ਦਾ ਧਿਆਨ ਹੋਰ ਪਾਸੇ ਹੋਵੇ ਤਦ ਵੀ ਪੋਸੀਬਲ ਨਹੀਂ ਹੈਗਾ। ਐਵਰੀਬਾਡੀ ਹੈਜ਼ ਟੂ ਬੀ ਔਨ ਦ ਸੇਮ ਪੇਜ। ਹਾਂਜੀ, ਇਹ ਚਲੋ ਯੂਨਿਟ ਸਟਰੋਂਗ ਤਾਂ ਕਰਨ ਵਾਸਤੇ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਤਰੀਕੇ ਨਾਲ ਜਿਵੇਂ ਸਾਡੇ ਪੁਰਾਣੇ ਹੀ ਸੰਸਕਾਰ ਹੁੰਦੇ ਸੀ ਇੱਕ ਜੁਆਇੰਟ ਫੈਮਿਲੀ ਵਾਲੇ। ਜੁਆਇੰਟ ਫੈਮਿਲੀ ਦੇ ਵਿੱਚ ਤਾਂ ਕਦੀ ਮਤਲਬ ਮੈਨੂੰ ਆਪ ਨੂੰ ਪਤਾ ਜੀ ਮੇਰੇ ਬੱਚੇ ਕਿਵੇਂ ਪਲ ਗਏ ਸਾਨੂੰ ਪਤਾ ਨਹੀਂ ਲੱਗਿਆ। ਬਿਕਾਜ਼ ਤੁਹਾਡੇ ਅਗੇਨ ਉਹੀ ਗਰੁੱਪ ਦੀ ਗੱਲ ਆ ਗਈ, ਕਿਉਂਕਿ ਤੁਸੀਂ ਸਾਰੇ ਜਦ ਅਸੀਂ ਇਕੱਠੇ ਰਹਿੰਦੇ ਆ ਤੇ ਸਾਡੇ ਸਾਰੇ ਕੰਮ ਵੰਡ ਗਏ, ਹੈ ਨਾ। ਇੱਕ ਬੰਦਾ ਹੀ ਨਹੀਂ ਇਕੱਲਾ ਕੰਮ ਖਿੱਚ ਰਿਹਾ, ਇੱਕ ਬੰਦਾ ਹੀ ਨਹੀਂ ਇਕੱਲਾ ਸਾਰਾ ਕੁਝ ਕਰ ਰਿਹਾ, ਕਿਉਂਕਿ ਤੁਹਾਡੇ ਕੰਮ ਵੰਡ ਗਏ। ਤਾਂ ਹੀ ਅਸੀਂ ਗਰੁੱਪ ਦੇ ਨਾਲ ਸੋਚਿਆ, ਅਸੀਂ ਇਕੱਲਾ ਇੰਡੀਵਿਜੂਅਲ ਨਹੀਂ ਸੋਚਿਆ। ਤੁਸੀਂ ਤੁਹਾਡੀ ਵਾਈਫ ਨੇ, ਤੁਸੀਂ ਇਹ ਨਹੀਂ ਸੋਚਿਆ ਕਿ ਉਹ ਸਿਰਫ ਮੇਰੇ ਬੱਚੇ ਆ, ਜਾਂ ਕਿਸੇ ਜਿਹਨੇ ਤੁਹਾਡੇ ਬੱਚੇ ਦੇ ਨਾਲ ਹੈਲਪ ਕੀਤੀ ਉਹਨੇ ਇਕੱਲਾ ਇਹ ਨਹੀਂ ਸੋਚਿਆ ਕਿ ਮੈਂ ਇਹ ਕਿਉਂ ਕਰਾਂ ਜਾਂ ਅਸੀਂ ਇੱਦਾਂ ਕਿਉਂ ਕਰੀਏ। ਅਸੀਂ ਜਦ ਇਕੱਠੇ ਰਹਿੰਦੇ ਆ ਤੇ ਉਹੀ ਗੱਲ ਹੈਗੀ ਹੈ ਨਾ ਕਿ ਗਰੁੱਪ have a group thinking, ਅਸੀਂ ਟੀਮ ਵਰਕ ਹੋਣਾ ਚਾਹੀਦਾ ਹੈ। ਫੈਮਿਲੀ ਤਾਂ ਹੀ ਚੱਲਦੀ ਹੈ, ਤਾਂ ਹੀ ਯੂਨਿਟ ਸਟਰੋਂਗ ਹੁੰਦਾ ਹੈ। ਪਰ ਹੁਣ ਦੇਖੋ ਜਿਸ ਸੈਟਅਪ 'ਚ ਅਸੀਂ ਰਹਿ ਰਹੇ ਹਾਂ, ਹਾਂਜੀ, ਇੱਥੇ ਤਾਂ ਉਹ ਹੈ ਹੀ ਨਹੀਂ, ਜੁਆਇੰਟ ਫੈਮਿਲੀ ਦਾ ਕਨਸੈਪਟ ਹੀ ਹੈ ਨਹੀਂ ਜੁਆਇੰਟ ਫੈਮਿਲੀ ਦਾ ਕਨਸੈਪਟ ਨਹੀਂ ਹੈਗਾ। ਬਟ ਅਸੀਂ ਬੱਚਿਆਂ ਨੂੰ ਜਿਹੜਾ ਮੈਂ ਐਗਜ਼ਾਮਪਲ ਦਿੱਤਾ ਕਿ ਉਹਨੇ ਕਿਹਾ ਕਿ ਮੈਂ ਲੇਟ ਹੋ ਰਿਹਾ, ਤੇ ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਮੈਂ ਤੇ ਇਕੱਲੇ ਦੀ ਤੇ ਗੱਲ ਹੀ ਨਹੀਂ ਹੈਗੀ ਆ, ਤੇਰੇ ਨਾਲ ਅਸੀਂ ਕੱਲ
ਯੂ ਆਰ ਨਾਟ ਗੋਣਾ ਬੀ ਲੇਟ, ਅਸੀਂ ਸਾਰੇ ਲੇਟ ਹੋਵਾਂਗੇ। ਜੇ ਥੋੜੀ ਜਿਹੀ ਹੈਲਪ ਕਰਾ ਦੇਂਗਾ ਮੇਰੀ ਤੇ ਅਸੀਂ ਸਾਰੇ ਟਾਈਮ ਸਿਰ ਕੰਮ ਕਰ ਸਕਦੇ ਹਾਂ। ਤੇ ਇਹ ਚੀਜ਼ ਕਲਟੀਵੇਟ ਕਰਨੀ ਬਹੁਤ ਇੰਪੋਰਟੈਂਟ ਹੈਗੀ ਆ। ਨਹੀਂ, ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਜੀ, ਉਹਦੇ ਪਿੱਛੇ ਸੀ ਜੁਆਇੰਟ ਫੈਮਿਲੀ ਦਾ ਮਤਲਬ ਕਿ ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਵੀ ਨਾਲ ਹੈ, ਚਾਚੇ ਤਾਏ ਵੀ ਨਾਲ, ਇਕੱਠੇ ਤੁਸੀਂ ਇੱਕ ਰਹਿ ਰਹੇ ਹੋ। ਉਹ ਕਨਸੈਪਟ ਇੱਥੇ ਹੈ ਨਹੀਂ ਹੁਣ, ਠੀਕ ਹੈ ਜੀ। ਇੱਕ ਜਸਟ ਹਸਬੈਂਡ ਵਾਈਫ ਨਿਊਲੀ ਵੈਡਡ ਇੱਥੇ ਆ ਗਏ, ਸਾਲ 1.5 ਸਾਲ 2 ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੋਈ ਹੈ। ਉਹ ਫਿਰ ਉਹਨਾਂ ਨੂੰ ਓਪਰਚੁਨਿਟੀ ਮਿਲ ਗਈ, ਉਹ ਕੈਨੇਡਾ ਵਿੱਚ ਆ ਗਏ। ਇੱਥੇ ਆ ਕੇ ਉਹਨਾਂ ਨੇ ਪਹਿਲਾਂ ਤਾਂ ਜੋਬ ਲੱਭਣੀਆਂ ਸ਼ੁਰੂ ਕੀਤੀਆਂ, ਫਿਰ ਸਾਲ 2 ਸਾਲ ਬਾਅਦ ਉਹਨਾਂ ਦੀ ਫੈਮਿਲੀ ਸਟਾਰਟ ਕਰਨ ਦੀ ਉਹਨਾਂ ਨੇ ਗੱਲ ਕੀਤੀ, ਬੇਬੀ ਹੋਇਆ। ਉਹਦੀ ਟੇਕ ਕੇਅਰ ਕਿਵੇਂ ਕਰਨੀ ਆ, ਉਹ ਕਿਉਂਕਿ ਉਹਨਾਂ ਦਾ ਫਸਟ ਐਕਸਪੀਰੀਅੰਸ ਹੈ, ਉਹਨਾਂ ਨੂੰ ਨਹੀਂ ਪਤਾ। ਜੇ ਫੈਮਿਲੀ ਸਾਰੀ ਹੋਰ ਨਾਲ ਹੁੰਦੇ ਤੇ ਸ਼ਾਇਦ ਉਹ ਇਸ ਗੱਲ ਨੂੰ ਇਹ ਬਹੁਤ ਵੱਡਾ ਬੋਝ ਸਮਝਦੇ ਹੀ ਨਾ। ਉਹ ਸਮਝਦੇ ਕਿ ਠੀਕ ਹੈ, ਇੱਕ ਮਦਰ ਦਾ ਕੰਮ ਹੈ ਕਿ ਬੇਬੀ ਹੋਇਆ ਔਰ ਬਾਕੀ ਪਰਿਵਾਰ ਨੇ ਉਸ ਬੇਬੀ ਨੂੰ ਇਕੁਅਲੀ ਸਾਂਭਣਾ ਤੇ ਪਿਆਰ ਦੇਣਾ, ਔਰ ਉਹ ਮਦਰ ਦੇ ਉੱਤੇ ਬੋਝ ਹੀ ਨਹੀਂ ਹੈ। ਜਾਂ ਮਦਰ ਨੂੰ ਇਹ ਲੱਗਦਾ ਹੀ ਨਹੀਂ ਹੈਗਾ ਕਿ ਮੈਂ ਇਹਨੂੰ ਕਿਵੇਂ ਸਾਂਭੂ ਜਾਂ ਕਿਵੇਂ ਕਰੂੰ। ਮੈਂ ਉਹ ਕਨਸੈਪਟ ਇੱਥੇ ਹੈ ਨਹੀਂ। ਪਰ ਫੈਮਿਲੀ, ਇਹਦਾ ਮਤਲਬ ਇਹ ਨਹੀਂ ਕਿ ਫੈਮਿਲੀ ਗਰੋ ਨਹੀਂ ਹੋ ਰਹੀ, ਗਰੋ ਤਾਂ ਹੋ ਹੀ ਰਹੀ ਹੈ। ਪੇਰੈਂਟਸ ਜਿਹੜੇ ਆਪਣੀ ਰਿਸਪੌਂਸਿਬਿਲਿਟੀ ਤਾਂ ਸਮਝ ਹੀ ਰਹੇ, ਪਰ ਤੰਗੀਆਂ ਹੈਗੀਆਂ, ਪਰੇਸ਼ਾਨੀਆਂ ਹੈਗੀਆਂ। ਜਿਹੜੇ ਨਿਊਲੀ ਵੈਡਡ ਆਉਂਦੇ ਨਾ ਜੀ ਕਪਲ ਇੱਥੇ, ਉਹਨਾਂ ਨੂੰ ਫਿਕਰ ਬੱਚਿਆਂ ਦਾ ਵੀ ਹੁੰਦਾ। ਉਸ ਤੋਂ ਬਾਅਦ ਉਹਨਾਂ ਨੂੰ ਫਿਕਰ, ਉਸ ਤੋਂ ਬਾਅਦ ਨਹੀਂ ਸਗੋਂ ਉਸ ਤੋਂ ਪਹਿਲਾਂ ਫਿਕਰ ਇਹ ਹੁੰਦਾ ਕਿ ਅਸੀਂ ਇਸ ਕੰਟਰੀ 'ਚ ਆ ਗਏ ਹਾਂ, ਐਟਮੋਸਫੀਅਰ ਇੰਟਾਇਰਲੀ ਡਿਫਰੈਂਟ ਹੈਗਾ, ਇੱਥੇ ਜੋਬ ਕਿਵੇਂ ਕਰਾਂਗੇ। ਜੇ ਕੋਈ ਸਟੱਡੀ ਲਈ ਆਇਆ ਤਾਂ ਉਹ ਸਟੱਡੀ ਕਿਵੇਂ ਕਰੇਗਾ। ਫਿਰ ਕਈ ਵਾਰ ਇੱਦਾਂ ਦੇ ਫੈਸਲੇ ਹੁੰਦੇ ਆ ਜੀ, ਇੱਕ ਪਰਸਨ ਜਿਹੜਾ ਉਹ ਸਟੱਡੀ ਕਰ ਲਵੇ, ਦੂਸਰਾ ਜਿਹੜਾ ਹੈਗਾ ਉਹ ਜੋਬ ਕਰ ਲਵੇ। ਇਸ ਤਰੀਕੇ ਦੀਆਂ ਮੁਸ਼ਕਲਾਂ ਆਉਂਦੀਆਂ। ਜੇ ਜੁਆਇੰਟ ਫੈਮਿਲੀ ਵਾਲਾ ਕਨਸੈਪਟ ਹੋਵੇ ਤੇ ਸ਼ਾਇਦ ਇਹ ਮੁਸ਼ਕਲਾਂ ਨਾ ਆਉਣ। ਹੁਣ ਉਹ ਦੇਖੋ, ਆਏ ਤਾਂ ਇੱਕ ਹਸਬੈਂਡ ਵਾਈਫ ਆ, ਨਿਊਲੀ ਵੈਡਡ ਆਏ, ਉਹ ਇੱਦਾਂ ਦਾ ਕੈਨੇਡਾ ਸੈਟਅਪ ਤਾਂ ਹੈ ਹੀ ਨਹੀਂ ਕਿ ਉਹ ਜੀ ਤੁਹਾਨੂੰ ਤੁਸੀਂ ਆਪਣੇ ਪੇਰੈਂਟਸ ਵੀ ਨਾਲ ਲਿਆ ਸਕਦੇ ਹੋ। ਨੋ ਡਾਊਟ ਤੁਸੀਂ ਸੱਦ ਸਕਦੇ ਹੋ, ਨਾਲ ਤਾਂ ਨਹੀਂ ਲਿਆ ਸਕਦੇ। ਪਰ ਇੱਥੇ ਹੁਣ ਦੂਸਰੇ ਫੈਮਿਲੀਜ਼ ਨਾਲ, ਫਰੈਂਡ ਸਰਕਲ ਨਾਲ ਤੁਹਾਨੂੰ ਉਹੋ ਜਿਹੇ ਰਿਲੇਸ਼ਨ ਬਣਾਉਣੇ ਪੈਣਗੇ। ਜਿਹੜੀ ਮੁਸ਼ਕਿਲ ਤੁਹਾਨੂੰ ਲੱਗਦਾ ਕਿ ਬੇਬੀ ਆਇਆ ਵਾ ਤੇ ਸਾਡੇ ਘਰ 'ਚ ਖੁਸ਼ੀ ਹੋਣੀ ਚਾਹੀਦੀ ਆ, ਉਲਟਾ ਫਿਕਰ ਪੈ ਗਿਆ ਕਿ ਇਹਨੂੰ ਸੰਭਾਲਣਾ ਕਿਵੇਂ। ਹੁਣ ਅਸੀਂ ਸੰਭਾਲਣਾ ਵੀ ਆ, ਇਨਕਮ ਵੀ ਜਿਹੜੀ ਉਧਰੋਂ ਘਟ ਗਈ, ਮੈਟਰਨਿਟੀ ਮਿਲਣ ਲੱਗ ਪਈ ਆ, ਪਰ ਘਟ ਗਈ, 50% ਹੀ ਮਿਲੀ ਨਾ ਜੀ, ਇਨਕਮ ਵੀ ਘਟ ਗਈ। ਉਹਨੂੰ ਕੋਪ ਕਿਵੇਂ ਕੀਤਾ ਜਾ ਸਕਦਾ? ਆਪਾਂ ਇਸ ਮਾਹੌਲ ਦੀ ਗੱਲ ਕਰਦੇ ਹਾਂ। ਇੱਥੇ ਕਿਵੇਂ ਚੱਲ ਸਕਦੇ ਹਾਂ ਅਸੀਂ, ਫੈਮਿਲੀ ਕਿਵੇਂ ਡਿਵੈਲਪ ਕਰ ਸਕਦੇ? ਉਹ ਫੈਮਿਲੀ ਕਨਸੈਪਟ ਜਿਹੜਾ ਬੈਕ ਹੋਮ ਤੇ ਸੀਗਾ, ਇੱਕ ਬਹੁਤ ਵੱਡਾ ਚੈਲੰਜ ਆ ਸਾਡੇ ਵਾਸਤੇ ਸਾਰਾ। ਇਹਦੇ ਹੈਗੇ ਦੇਖੀ ਇੱਥੇ ਨਾ ਸਾਨੂੰ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਆ ਕਿ ਹੁਣ ਜਿੱਦਾਂ ਸਾਡੇ ਇੱਕ ਫਰੈਂਡ ਸੀਗੇ, ਇੱਥੇ ਇਕੱਲੀ ਸੀਗੀ ਆਪਣੇ ਹਸਬੈਂਡ ਦੇ ਨਾਲ, ਉਹਨਾਂ ਦਾ ਬੱਚਾ ਹੋਇਆ, ਉਹਨੂੰ ਵੀ ਸੇਮ ਪ੍ਰੋਬਲਮ ਸੀਗੀ, ਡੇ ਕੇਅਰ ਨਹੀਂ ਮਿਲਿਆ, ਕੀ ਕਰੀਏ, ਕਿੱਥੇ ਜਾਈਏ। ਤੇ ਉਹਨੇ ਆਪਣੀ ਫਰੈਂਡ ਜਿਹੜੀ ਆਪਣੀ ਮਦਰ ਇਨ ਲਾਅ ਦੇ ਨਾਲ ਰਹਿੰਦੀ ਸੀਗੀ, ਉਹਨੂੰ ਪੁੱਛਿਆ ਕਿ ਆਂਟੀ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ? ਤੇ ਆਂਟੀ ਨੇ ਵੀ ਕਹਿਤਾ ਚਲੋ ਦੈਟਸ ਓਕੇ, ਮੈਂ ਆਪਣੀ ਪੋਤੀ ਤੇ ਰੱਖੀ ਹੋਈ ਆ, ਮੈਂ ਤੇਰੀ ਵੀ ਰੱਖ ਲਾਂਗੀ, ਨੋ ਬਿਗ ਡੀਲ, ਹੈ ਨਾ। ਤੇ ਉੱਥੇ ਬੱਚੇ ਨੇ ਜਾਣਾ ਸ਼ੁਰੂ ਕਰਤਾ ਤੇ ਉਹਨਾਂ ਦਾ ਫਿਰ ਹੁਣ ਜਿੱਦਾਂ ਪਰਿਵਾਰ ਦਾ ਮਾਹੌਲ ਬਣ ਗਿਆ। ਮੈਂ ਇਹ ਨਹੀਂ ਕਹਿੰਦੀ ਕਿ ਇਹ ਸਹੂਲਤ ਸਾਰਿਆਂ ਨੂੰ ਮਿਲ ਜਾਂਦੀ ਆ, ਪਰ ਗੱਲ ਤੇ ਉਹੀ ਹੈਗੀ ਕਿ ਜੇ ਅਸੀਂ ਕਿੱਥੇ ਇਹ ਸਾਨੂੰ ਇਹ ਚਾਂਸ ਮਿਲਦਾ ਆ ਤੇ ਅਸੀਂ ਫੈਮਿਲੀ ਬਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਉਹ ਬਣ ਸਕਦਾ ਆ। ਤੇ ਇਹ ਵੀ ਹੈਗਾ ਕਿ ਜੇ ਸਾਨੂੰ ਨਹੀਂ ਮਿਲਦਾ ਚਾਂਸ, ਫਿਰ ਅਸੀਂ ਕਹਿੰਦੇ ਕਿ ਅਸੀਂ ਕੀ ਕਰੀਏ। ਸਭ ਤੋਂ ਵੱਡੀ ਗੱਲ ਹੈਗੀ ਕਿ ਸਾਡੇ ਕੋਲ ਇੱਥੇ ਗੁਰਦੁਆਰੇ ਹੈਗੇ ਆ, ਗੁਰਦੁਆਰੇ ਅਸੀਂ ਜਾਂਦੇ ਆ ਤੇ ਉਹ ਸਭ ਤੋਂ ਵੱਡਾ ਜਿਹੜਾ ਇੱਕ ਕਮਿਊਨਲ ਇਵੈਂਟ ਹੁੰਦਾ ਆ। ਸਾਰਿਆਂ ਦੇ ਇਕੱਠੇ ਕੰਮ ਕਰਨ ਤੋਂ ਨਾਲ ਹੀ ਜਿਹੜਾ ਲੰਗਰ ਹੈਗਾ ਆ, ਅਰਦਾਸ ਤੋਂ ਲੈ ਕੇ ਲੰਗਰ ਹੋਇਆ, ਸਾਰਾ ਕੁਝ ਹੋਇਆ, ਸਾਰਾ ਕੁਝ ਕਿਚਨ ਸਮੇਟਣ ਤੱਕ ਇੱਥੇ ਸਾਨੂੰ ਇਕੱਠੇ ਨੂੰ ਕਰਨਾ ਪੈਂਦਾ, ਮਿਲ ਜੁਲ ਕੇ ਕਰਦੇ। ਤੇ ਇੱਥੇ ਬੱਚੇ ਫਿਰ ਉੱਥੇ ਆ ਕੇ ਮੈਂ ਦੇਖਿਆ ਕਿ ਇਦਾਂ ਸਿੱਖਦੇ ਆ ਕਿ ਜਦ ਕੜਾਹ ਪ੍ਰਸ਼ਾਦ ਵਰਤਾਉਣ ਦਾ ਟਾਈਮ ਆਉਂਦਾ, ਬੱਚੇ ਉੱਠ ਕੇ ਜਾਂਦੇ ਆ, ਸਾਰੇ ਪਾਸੇ ਵਰਤਾਉਂਦੇ ਆ, ਸਾਰਾ ਕੁਝ ਕਰਦੇ ਆ। ਐਂਡ ਆਈ ਥਿੰਕ ਉੱਥੋਂ ਬੱਚੇ ਫਿਰ ਕਮਿਊਨਿਟੀ ਸਰਵਿਸ, ਕਮਿਊਨਿਟੀ ਵਿੱਚ ਰਹਿਣਾ, ਇੱਕ ਪਰਿਵਾਰ ਦੇ ਨਾਲ ਸਾਰਿਆਂ ਦੇ ਨਾਲ ਇਕੱਠੇ ਬਣ ਕੇ ਰਹਿਣਾ, ਉੱਥੋਂ ਸਿੱਖਦੇ ਆ ਬੱਚੇ। ਕਿਉਂਕਿ ਜੇ ਅਸੀਂ ਇਹ ਕਹਿ ਦਈਏ ਕਿ ਜੀ ਸਾਡੇ ਕੋਲ ਇਹ ਅਵੇਲੇਬਲ ਨਹੀਂ ਹੈਗਾ, ਅਸੀਂ ਸਿਖਾ ਨਹੀਂ ਸਕੇ, ਮੈਂ ਉਸ ਗੱਲ ਨੂੰ ਨਹੀਂ ਮੰਨਦੀ ਹਾਂ। ਇੱਥੇ ਸਾਡੇ ਕੋਲ ਹੋਰ ਬਹੁਤ ਚਾਂਸਸ ਨੇ। ਐਜ਼ ਆਈ ਸੈਡ ਕਿ ਜ਼ਰੂਰੀ ਨਹੀਂ ਹੈ ਕਿ ਸਾਡੀ ਫੈਮਿਲੀ ਹੀ ਸਾਡੀ ਫੈਮਿਲੀ ਬਣ ਕੇ ਰਹੇ। ਹੁਣ ਦੇਖੋ ਜੀ, ਜੇ ਡੇ ਕੇਅਰ ਦੇ ਚੈਲੰਜਸ ਹੈਗੇ ਆ, ਉਹ ਤੇ ਸਾਨੂੰ ਫੇਸ ਕਰਨਾ ਹੀ ਪੈਣਾ ਹੈਗਾ, ਰਾਈਟ। ਦੈਟਸ ਉਹ ਅਸੀਂ ਹੱਥ ਤੇ ਖੜੇ ਕਰ ਨਹੀਂ ਸਕਦੇ ਕਿ ਹੁਣ ਜੇ ਸਾਡੇ ਕੋਲ ਆਪਸ਼ਨ ਨਹੀਂ ਹੈਗੀ ਤੇ ਅਸੀਂ ਇਹ ਕਰ ਹੀ ਨਾ ਸਕੇ, ਹੈ ਨਾ। ਸੋ ਪਰ
ਕਮਿਊਨਿਟੀ ਵਿੱਚ ਆਈ ਥਿੰਕ ਇੰਨੇ ਰਿਸੋਰਸਸ ਹੈਗੇ ਆ ਕਿ ਜੇ ਅਸੀਂ ਚਾਹੀਏ ਤੇ ਇਫ ਵੀ ਕੈਨ ਐਕਸਪਲੋਰ them there is lot that we can find out. ਦੇਖੋ ਮਤਲਬ ਇਹ ਉਹ ਹੈ ਤੁਹਾਡੀ ਕਹਿਣ ਤੋਂ ਮੈਂ ਥੋੜਾ ਜਿਹਾ ਹੋਰ ਢੰਗ ਨਾਲ ਵੀ ਪ੍ਰੈਜ਼ੈਂਟ ਕਰਨਾ ਕਿ ਜੇ ਤੁਸੀਂ ਉਹ ਫੈਮਿਲੀ ਐਟਮੋਸਫੀਅਰ ਜਿਹੜਾ ਬੈਕ ਹੋਮ ਤੇ ਸੀਗਾ ਉਹਨੂੰ ਤੁਸੀਂ ਮਿਸ ਕਰਦੇ ਹੋ, ਅੱਜ ਤੁਹਾਨੂੰ ਮਹਿਸੂਸ ਹੁੰਦਾ ਕਿ ਇਹਦੇ ਨਾਲ ਚੰਗਾ ਸੀ ਉੱਥੇ ਇੰਡੀਆ ਹੀ ਰਹਿੰਦੇ, ਬੈਕ ਹੋਮ ਸਾਡਾ ਵਧੀਆ ਸੀ, ਪਰਿਵਾਰ ਸੀ ਜੀ, ਸਾਡੀ ਉੱਥੇ ਦਾਦੀ ਹੁੰਦੀ ਸੀ, ਸਾਡੀ ਜੀ ਭੂਆ ਹੁੰਦੀ ਸੀ, ਸਾਡੀ ਜੀ ਮਾਮੀ ਸੀ, ਇੱਦਾਂ ਦੀ ਇਹੋ ਜਿਹਾ ਜਦੋਂ ਅਸੀਂ ਇੱਦਾਂ ਸੋਚਾਂਗੇ ਕਰਾਂਗੇ ਤੇ ਫਿਰ ਮੈਨੂੰ ਲੱਗਦਾ ਕਿ ਇੱਥੇ ਜਿਹੜੀਆਂ ਓਪਰਚੁਨਿਟੀਜ਼ ਹੈਗੀਆਂ ਅਸੀਂ ਉਹ ਅਵੇਲ ਨਹੀਂ ਕਰ ਰਹੇ। ਅਸੀਂ ਕਮਿਊਨਿਟੀ ਵਿੱਚ ਜਾਵਾਂਗੇ ਤੇ ਸਾਨੂੰ ਦਾਦੀ ਵਰਗੀ ਦਾਦੀ ਮਿਲ ਸਕਦੀ, ਭੂਆ ਵਰਗੀ ਭੂਆ ਮਿਲ ਸਕਦੀ, ਭਰਾ ਵਰਗਾ ਭਰਾ ਮਿਲ ਸਕਦਾ। ਹਾਂਜੀ ਨਹੀਂ ਉਹ ਤੇ ਡੈਫੀਨਿਟਲੀ ਹੈਗਾ ਹੀ, ਉਹ ਤੇ ਮੈਂ ਤੁਹਾਡੀ ਗੱਲ ਮੰਨਦੀ ਹਾਂ, ਬਟ ਮੈਂ ਦੇਖੋ ਫਿਰ ਤੇ ਇਦਾਂ ਨਾ ਕਿ ਅਸੀਂ ਇਹ ਸੋਚੀ ਜਾਈਏ ਕਿ ਜਿਹੜਾ ਗਲਾਸ ਹੈ ਉਹ ਅੱਧਾ ਖਾਲੀ ਆ, ਹੈ ਨਾ, ਫਿਰ ਤੇ ਅਸੀਂ ਉਹਦੀ ਨੈਗੇਟਿਵ ਪੋਜ਼ਿਟਿਵਿਟੀ ਹੈ ਨਹੀਂ ਤਾਂ ਹਾਂਜੀ। ਤੇ ਮੈਂ ਹਮੇਸ਼ਾ ਮੇਰੀ ਆਸ ਹੁੰਦੀ ਚਲੋ ਜੇ ਇਹ ਚੀਜ਼ ਮਿਸ ਹੋ ਗਈ ਹੈ ਨਾ ਦੈਟਸ ਓਕੇ, ਇਹਨੂੰ ਅਸੀਂ ਕਿੱਦਾਂ ਕੰਪਨਸੇਟ ਕਰ ਸਕਦੇ ਹਾਂ, ਇਹਨੂੰ ਲਾਈਕ ਜੇ ਮੇਰੇ ਬੱਚਿਆਂ ਨੂੰ ਇਹ ਚੀਜ਼ ਮਿਸ ਹੋ ਰਹੀ ਹੈ ਜਾਂ ਮੈਂ ਹੁਣ ਜਿੱਦਾਂ ਦੀਵਾਲੀ ਹੋ ਗਈ, ਗੁਰਪੁਰਬ ਹੋ ਗਿਆ, ਮੇਰੀ ਫੈਮਿਲੀ ਇੱਥੇ ਨਹੀਂ ਹੈਗੀ, ਕੋਈ ਨਹੀਂ ਹੈਗਾ, ਰਾਈਟ, ਸੋ ਮੇਰੀ ਆਦਤ ਹੈ ਮੈਂ ਆਪਣੀ ਫਰੈਂਡਸ ਨੂੰ ਫੋਨ ਕਰ ਦਾਂਗੀ ਕਿ ਦੀਵਾਲੀ ਤੇ ਅਸੀਂ ਅੱਜ ਮੇਰੇ ਘਰੇ ਆਓ, ਤੁਸੀਂ ਖਾਣਾ ਖਾਓ, ਚਲੋ ਕਿਸੇ ਤੁਹਾਡੇ ਆ ਜਾਂਦਾ ਤੁਸੀਂ ਉਹਨਾਂ ਦੇ ਚਲੇ ਜਾਓ, ਇੱਕੋ ਗੱਲ। ਤੇ ਉਹ ਗੱਲ ਉਹ ਹੈਗੀ ਹੈ ਕਿ ਕਿਸੇ ਨੂੰ ਜਿੱਦਾਂ ਕਹਿੰਦੇ ਨਾ ਉਦਮੀ ਹੋਣਾ ਚਾਹੀਦਾ ਹੈ ਨਾ, ਤੇ ਜਦ ਤੱਕ ਅਸੀਂ ਅੱਗੇ ਵੱਧ ਕੇ ਕੁਝ ਨਹੀਂ ਆਪਣੇ ਵਾਸਤੇ ਆਪਸ਼ਨ ਲੱਭਾਂਗੇ ਹੈ ਨਾ, ਫਿਰ ਅਸੀਂ ਇਹ ਕਹੀ ਜਾਏ ਕਿ ਇਹ ਤੇ ਹੈਗਾ ਨਹੀਂ, ਕੁਝ ਨਹੀਂ ਕਰ ਸਕਦੇ, ਹੈ ਨਾ, ਸੋ ਦੈਨ ਵੀ ਵੋਂਟ ਬੀ ਏਬਲ ਟੂ ਡੂ ਐਨੀਥਿੰਗ, ਹੈ ਨਾ। ਤੇ ਜੇ ਸਾਨੂੰ ਪਤਾ ਹੈ ਕਿ ਓਕੇ ਸਾਡੇ ਕੋਲ ਇਹ ਰਿਸੋਰਸਸ ਹੈਗੇ ਆ, ਜਾਂ ਗੁਰਦੁਆਰੇ ਜਾਣ ਵਾਸਤੇ ਵੀ ਐਫਰਟ ਹੈਗਾ ਆ, ਬੱਚਿਆਂ ਨੂੰ ਸਵੇਰੇ ਲੈ ਕੇ ਤਿਆਰ ਕਰਨਾ, ਉੱਥੇ ਲੈ ਕੇ ਜਾਣਾ, ਉੱਥੇ ਟਾਈਮ ਸਪੈਂਡ ਕਰਾਉਣਾ, ਫਿਰ ਉਹੀ ਸਾਡਾ ਐਫਰਟ ਹੈਗਾ ਆ ਕਿ ਅਸੀਂ ਗਏ, ਅਸੀਂ ਲੰਗਰ ਵਿੱਚ ਹੈਲਪ ਕੀਤੀ, ਬੱਚਿਆਂ ਨੇ ਸਾਡੇ ਨਾਲ ਹੈਲਪ ਕੀਤੀ, ਕਿਉਂਕਿ ਅਸੀਂ ਵੀ ਗੁਰਦੁਆਰੇ ਸੇਵਾ ਕਰਨਾ ਇਦਾਂ ਹੀ ਸਿੱਖਿਆ। ਚਲੋ ਇੱਕ ਸੇਵਾ ਵਾਲੀ ਗੱਲ ਤਾਂ ਮੈਂ ਤੁਹਾਡੇ ਨਾਲ ਐਗਰੀ ਹਾਂ ਜੀ, ਤੁਸੀਂ ਇਹ ਬੜਾ ਕੁਝ ਸਿੱਖਣ ਨੂੰ ਮਿਲਦਾ ਕਮਿਊਨਿਟੀ ਸੈਂਟਰ ਵਿੱਚ ਜਾ ਕੇ, ਜਾਂ ਜਿੱਥੇ ਕਮਿਊਨਿਟੀ ਸਾਡੀ ਇਕੱਠੀ ਹੁੰਦੀ ਆ, ਉਹ ਮੰਦਿਰ ਹੈ, ਗੁਰਦੁਆਰਾ ਜਾਂ ਹੋਰ ਜਗ੍ਹਾ, ਉੱਥੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈਗਾ। ਤੁਸੀਂ ਮੈਂ ਤੁਹਾਨੂੰ ਇੱਕ ਇੱਦਾਂ ਦੀਆਂ ਐਗਜ਼ਾਮਪਲਾਂ ਬੇਸ਼ੁਮਾਰ ਹੈਗੀਆਂ, ਤੁਸੀਂ ਗੁਰਦੁਆਰੇ ਜਾਂਦੇ ਹੋ ਜੀ, ਫਾਰ ਐਗਜ਼ਾਮਪਲ ਸੰਡੇ ਹੀ ਜਾਂਦੇ ਹੋ, ਅੱਗੋਂ ਪਿੱਛੋਂ ਨਹੀਂ ਜਾਂਦੇ, ਤੁਹਾਡਾ ਸੈਟਅਪ ਨਹੀਂ ਉਸ ਤਰੀਕੇ ਦਾ ਲਾਈਫ ਦਾ ਹੈਗਾ, ਕੰਮ ਕਾਰ ਇੱਦਾਂ ਦੇ ਹੈਗੇ, ਤਾਂ ਤੁਸੀਂ ਸੋਚਦੇ ਹੋ ਸੰਡੇ ਛੁੱਟੀ ਹੈਗੀ ਆ, ਸੰਡੇ ਨੂੰ ਗੁਰਦੁਆਰੇ ਰੌਣਕ ਕੋਈ ਜ਼ਿਆਦਾ ਹੁੰਦੀ, ਉਹਨੂੰ ਜਾਣਾ ਚਾਹੀਦਾ। ਕਈ ਵਾਰੀ ਤੁਹਾਨੂੰ ਲੱਗੇਗਾ ਕਿ 2-4 ਵਾਰੀ ਜਾਓਗੇ ਨਾ ਤੇ ਕੁਛ ਖਾਸ ਬੰਦੇ ਤੁਸੀਂ ਆਇਡੈਂਟੀਫਾਈ ਕਰਨ ਲੱਗ ਜਾਓਗੇ, ਲੇਡੀਜ਼ ਵੀ ਆਪਣੀਆਂ ਸਹੇਲੀਆਂ ਭੈਣਾਂ ਆਇਡੈਂਟੀਫਾਈ ਕਰਨ ਲੱਗ ਜਾਂਦੀਆਂ ਕਿ ਇਹ ਨਾਲ ਗੱਲਾਂ ਕਰਦੇ ਨਾ ਬੈਠੇ, ਇਸ ਮੇਲ ਵੀ ਕਰਦੇ, ਫੀਮੇਲ ਵੀ ਕਰਦੇ। 4-5 ਵਾਰੀ ਜਾਣ ਤੋਂ ਬਾਅਦ ਤੁਹਾਨੂੰ ਲੱਗਣ ਲੱਗ ਜਾਏਗਾ ਕਿ ਅੱਜ ਜੇ ਉਹ ਬੰਦਾ ਨਹੀਂ ਆਇਆ ਤੇ ਅਸੀਂ ਮਿਸ ਕਰਦੇ ਹਾਂ, ਕਿਉਂ ਨਹੀਂ ਆਇਆ, ਤੁਹਾਨੂੰ ਰੀਜ਼ਨਿੰਗ ਲੱਭਣੀ ਸ਼ੁਰੂ ਕਰ ਦਿੰਦੇ ਤੁਸੀਂ। ਫਿਰ ਤੁਸੀਂ ਇਹ ਵੀ ਸੋਚਦੇ ਹੋ ਠੀਕ ਹੋਣਾ ਚਾਹੀਦਾ, ਜੇ ਉਹ ਨਹੀਂ ਆਇਆ ਤਾਂ ਨੈਕਸਟ ਟਾਈਮ ਆ ਗਿਆ, ਤੁਸੀਂ ਉਹਨੂੰ ਉਲਾਂਭਾ ਵੀ ਦਿੰਦੇ, ਉਹਦੇ ਬਾਰੇ ਫਿਕਰਮੰਦ ਵੀ ਹੁੰਦੇ, ਕੀ ਗੱਲ ਤੁਸੀਂ ਆਏ ਨਹੀਂ ਸੀ ਪਿਛਲੀ ਵਾਰੀ ਭੈਣ ਜੀ, ਜਾਂ ਮੈਂ ਕਹਾਂ ਜੀ ਭਾਜੀ ਤੁਸੀਂ ਪਿਛਲੀ ਵਾਰੀ ਨਹੀਂ। ਉਹੀ ਗੱਲ ਹੋ ਗਈ ਨਾ ਕਿ ਜੇ ਅਸੀਂ ਫੈਮਿਲੀ ਤੋਂ ਹਟ ਕੇ ਇੱਕ ਫੈਮਿਲੀ ਬਣਾ ਲਈਏ, ਇੱਕ ਫੈਮਿਲੀ ਕ੍ਰੀਏਟ ਕੀਤੀ ਜਾ ਸਕਦੀ, ਠੀਕ ਹੈ ਜੀ, ਉਹ ਫੈਮਿਲੀ ਦੇ ਨਾਲ ਤੁਸੀਂ ਦੁੱਖ ਸੁੱਖ ਵੀ ਸਾਂਝੇ ਕਰਨਾ। ਮੈਂ ਦੱਸਦਾ ਜੀ, ਜਦੋਂ ਨਵੇਂ ਲੋਕ ਆਉਂਦੇ ਆ ਉਹਨਾਂ ਨੂੰ ਤਾਂ ਵੈਸੇ ਹੀ ਇਹ ਬਹੁਤ ਜ਼ਰੂਰੀ ਹੈ, ਮੈਂ ਸਮਝਦਾ ਕਿ ਤੁਹਾਨੂੰ ਕਮਿਊਨਿਟੀ ਦੇ ਵਿੱਚ ਮੂਵ ਕਰਨਾ ਚਾਹੀਦਾ, ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਦੇਖੋ ਗੁਰਦੁਆਰੇ ਤੁਸੀਂ ਜਾਂਦੇ ਹੋ ਨਾ ਜੀ, ਤੁਹਾਨੂੰ 2 ਕਿਸਮ ਦੇ ਲੋਕ ਜ਼ਿਆਦਾ ਮਿਲਦੇ, ਇੱਕ ਜਿਹੜੇ ਬਹੁਤ ਸਾਲ ਪਹਿਲਾਂ ਆਏ ਸੀ ਤੇ ਬਜ਼ੁਰਗ ਆ, ਇੱਕ ਉਹ ਹੈ ਜਿਹੜੇ ਬਿਲਕੁਲ ਨਵੇਂ ਆਏ, ਉਹ ਮਿਡਲ ਵਾਲੇ ਜਿਹੜੇ ਹੁੰਦੇ ਉਹ ਕਈ ਵਾਰੀ ਜਿਹੜੇ ਮਿਸ ਕਰ ਜਾਂਦੇ ਆ, ਠੀਕ ਹੈ ਜੀ। ਵੱਡੇ ਜਿਹੜੇ ਬਜ਼ੁਰਗ ਹੈ ਉਹ ਕਿਉਂ ਆਉਂਦੇ ਉੱਥੇ, ਕਿਉਂਕਿ ਉਹਨਾਂ ਕੋਲ ਹੋਰ ਕੋਈ ਜਗ੍ਹਾ ਹੀ ਨਹੀਂ ਆ, ਕੰਮ ਕਰਨਾ ਨਹੀਂ, ਉਹਨਾਂ ਨੇ ਰਿਟਾਇਰ ਹੈਗੇ ਆ, ਤੇ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਜਿਹੜੇ ਕਿਡਸ ਜਾਂ ਗ੍ਰੈਂਡ ਕਿਡਸ ਉਹਨਾਂ ਨੂੰ ਲੈ ਕੇ ਆਉਂਦੇ ਆ ਵੀ ਚਲੋ ਹਫ਼ਤੇ ਬਾਅਦ ਬਜ਼ੁਰਗ ਜਿਹੜੇ ਹੈਗੇ ਆ ਉਹ ਕਿਸੇ ਦੇ ਮੂੰਹ ਮੱਥੇ ਲੱਗਣਗੇ, ਇਹਨਾਂ ਨੂੰ ਘਰ 'ਚ ਬੈਠੇ ਹੋਰ ਤਰ੍ਹਾਂ ਦਾ ਫੀਲ ਹੋਵੇ, ਚਲੋ ਜਾਣ ਉੱਥੇ ਆਪਦੇ ਦੋਸਤਾਂ ਮਿੱਤਰਾਂ ਨੂੰ, ਆਪਦੇ ਹਮ ਉਮਰ ਲੋਕਾਂ ਨੂੰ ਮਿਲਣ। ਨਵੇਂ ਲੋਕ ਜਿਹੜੇ ਜਾਂਦੇ ਨੇ ਜੀ, ਉਹਨਾਂ ਨੂੰ ਕਿਉਂ ਜਾਣਾ ਚਾਹੀਦਾ? ਦੋਹਰੀ ਇੱਕ ਗੱਲ ਤਾਂ ਇਹ ਆ ਕਿ ਉਹਨਾਂ ਨੂੰ ਹੋਰ ਨਾ ਨਵਿਆਂ ਦੇ ਨਾਲ ਮਿਲਣ ਦਾ ਮੌਕਾ ਮਿਲੇਗਾ, ਦੂਸਰਾ ਜਿਹੜੇ ਬਜ਼ੁਰਗ ਹੈਗੇ ਆ ਤੁਸੀਂ ਦੇਖੋ ਕਦੀ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ। ਜਿਹੜਾ ਬਜ਼ੁਰਗ ਨੂੰ ਤੁਸੀਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ, ਨਮਸਤੇ ਕਿਸੇ ਨੂੰ ਕਹਿ ਦਿਓ, ਉਹਦਾ ਪਹਿਲਾ ਕੁਐਸਚਨ ਤੁਸੀਂ ਕਿੱਥੋਂ ਆਏ ਹੋ। ਜਦੋਂ ਉਹਨਾਂ ਨੂੰ ਲੱਗੇ ਵੀ ਤੁਸੀਂ ਕਹਿੰਦੇ ਜੀ ਮੈਂ ਤਾਂ ਅੰਮ੍ਰਿਤਸਰ ਤੋਂ, ਜੇ ਉਹ ਵੀ ਅੰਮ੍ਰਿਤਸਰ ਦੇ ਹੋਣ, ਉਹ ਕਹਿੰਦੇ ਅੱਛਾ ਅੰਮ੍ਰਿਤਸਰ ਤੋਂ, ਫਿਰ ਕਿੱਥੇ ਤੁਸੀਂ ਲੋਕਲ ਰਹਿੰਦੇ ਹੋ ਕਿ ਲਾਗੇ ਛਾਗੇ ਕਿੱਥੇ ਰਹਿੰਦੇ ਹੋ? ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਸ਼ਹਿਰ ਤੇ ਰਹਿੰਦੇ, ਨਹੀਂ ਅਸੀਂ ਤਰਨਤਾਰਨ ਰਹਿੰਦੇ ਹਾਂ, ਜਾਂ ਫਿਰ ਉਹ ਬਜ਼ੁਰਗ ਕਹਿੰਦੇ ਨਹੀਂ ਅੱਛਾ ਠੀਕ ਆ ਤੁਸੀਂ ਅੰਮ੍ਰਿਤਸਰ ਤੋਂ, ਮੈਂ ਤਾਂ ਫਰੀਦਕੋਟ ਤੋਂ ਜਾਂ ਮੈਂ ਬਠਿੰਡੇ ਤੋਂ। ਯਾਨੀ
ਇਸ ਤਰੀਕੇ ਦੇ ਉਹ ਆਪਣਤ ਲੱਭਦੇ ਕਨੈਕਸ਼ਨ। ਹਾਂਜੀ, ਉਹ ਫਿਰ ਉਹ ਕਨੈਕਸ਼ਨ ਅਸੀਂ ਲੱਭਦੇ ਹਾਂ, ਲੱਭਦੇ ਕਨੈਕਟੀਵਿਟੀ। ਇਹ ਕਨੈਕਟੀਵਿਟੀ ਜਦੋਂ ਹੋ ਜਾਂਦੀ ਹੈ ਉਦੋਂ ਫਿਰ ਬਹੁਤ ਜ਼ਿਆਦਾ ਤੁਹਾਨੂੰ ਸਕੂਨ ਮਿਲਦਾ, ਸੈਟਿਸਫੈਕਸ਼ਨ ਮਿਲਦੀ ਹੈਗੀ, ਔਰ ਉਹੀ ਫੈਮਿਲੀ ਕ੍ਰੀਏਟ ਹੁੰਦੀ ਹੈ। ਠੀਕ ਹੈ। ਔਰ ਇਹ ਜ਼ਰੂਰੀ ਹੈ, ਆਪਾਂ ਗੱਲ ਕਰ ਚੁੱਕੇ ਹਾਂ ਕਿ ਫੈਮਿਲੀ ਉਹੀ ਨਹੀਂ ਸਿਰਫ ਜਿਹੜੇ ਅਸੀਂ ਇੱਕ ਛੱਤ ਹੇਠ ਬੈਠ ਕੇ ਲੰਚ ਕਰਦੇ ਹਾਂ ਜਾਂ ਡਿਨਰ ਕਰਦੇ ਹਾਂ ਜਾਂ ਬੈਠ ਕੇ ਇਕੱਠੇ ਟੀਵੀ ਦੇਖਦੇ ਜਾਂ ਗੱਲਾਂ ਬਾਤਾਂ ਕਰਦੇ ਜਾਂ ਸੌਂਦੇ ਕਹਿ ਲਓ। ਫੈਮਿਲੀ ਉਹ ਹੈ ਜਿਹਦੇ ਨਾਲ ਤੁਹਾਡੇ ਸੈਂਟੀਮੈਂਟਲ ਰਿਲੇਸ਼ਨ ਬਣਦੇ ਆ। ਦੇਖੋ ਇਦਾਂ ਨਾ, ਅਸੀਂ ਹਮੇਸ਼ਾ ਗੱਲ, ਮੈਂ ਆਪਣੇ ਹਸਬੈਂਡ ਦੇ ਨਾਲ ਵੀ ਗੱਲ ਕਰਦੀ ਹਾਂ ਕਿ ਇੱਕ ਤੇ ਉਹ ਹੈਗੇ ਨੇ ਕਿ ਜੇ ਅਸੀਂ ਪੈਦਾ ਹੋਏ ਤੇ ਸਾਨੂੰ ਉਹ ਰਿਲੇਸ਼ਨਸ਼ਿਪ ਮਿਲਿਆ, ਹੈ ਨਾ, ਫਿਰ ਜਦੋਂ ਅਸੀਂ ਇੱਕ ਏਜ ਵਿੱਚ ਗਰੋ ਹੋ ਜਾਂਦੇ ਤੇ ਉਹ ਰਿਲੇਸ਼ਨਸ਼ਿਪ ਸਾਡਾ ਅਸੀਂ ਬਣਾਇਆ ਹੈ ਰਿਲੇਸ਼ਨਸ਼ਿਪ, ਜਿਹੜਾ ਸਾਡੇ ਸੈਂਟੀਮੈਂਟਸ ਦੇ ਨਾਲ, ਸਾਡੇ ਇੱਕ ਲਾਈਕ ਮਾਈਂਡਡ ਥਿੰਕਿੰਗ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਬਣਦਾ ਹੈ, ਇੱਕ ਅਸੀਂ ਆਪ ਬਣਾਉਂਦੇ ਹਾਂ। ਦੇਖੋ ਕਈ ਵਾਰੀ ਕੁਝ ਲੋਕ ਮੈਂ ਕਹਿੰਦੇ ਸੁਣੇ ਸੀ, ਉਹ ਅਸੀਂ ਨਹੀਂ ਬਹੁਤਾ ਮਿਲਦੇ ਜੁਲਦੇ ਜੀ, ਅਸੀਂ ਨਹੀਂ ਜਾਂਦੇ ਜੁੰਦੇ ਕਿਤੇ। ਉਹ ਫਿਰ ਉਹ ਜਿਹੜੇ ਫੈਮਿਲੀ ਵਾਲੇ ਸੰਸਕਾਰ ਹੈ ਨਾ ਜੀ, ਉਹਦੇ ਤੋਂ ਪਿੱਛੇ ਰਹਿ ਗਏ, ਬਹੁਤ ਦੂਰ ਰਹਿ ਗਏ, ਮਿਸ ਕਰ ਗਏ। ਜਦੋਂ ਤੁਸੀਂ ਹਾਂਜੀ, ਜਦੋਂ ਤੁਸੀਂ ਇੱਕ ਵਾਰੀ ਮਿਸ ਕਰ ਜਾਓ ਨਾ ਜੀ, ਫਿਰ ਉਹ ਗੱਲ ਤੇ ਉਸ ਗੋਲ ਤੇ ਤੁਸੀਂ ਦੇਖੋ, ਇੱਕ ਤੁਸੀਂ 4 ਬੰਦੇ ਇਕੱਠੇ ਇੱਕ ਚੱਲਣਾ ਸ਼ੁਰੂ ਕੀਤਾ ਉਹਨਾਂ ਨੇ, ਇੱਕ ਬੰਦਾ ਕਹਿੰਦਾ ਜੀ 2 ਕਦਮ ਜਾ ਕੇ ਮੈਂ ਨਹੀਂ ਜਾਣਾ, ਤੁਸੀਂ ਜਾਓ। ਉਹ ਬੰਦੇ ਜਿਹੜੇ 3 ਹੋਰ ਸੀਗੇ ਉਹ ਮੰਨ ਲਓ 1 ਕਿਲੋਮੀਟਰ ਅੱਗੇ ਚਲੇ ਗਏ, ਫਿਰ ਤੁਹਾਨੂੰ 1 ਕਿਲੋਮੀਟਰ ਜਾਂ ਤਾਂ ਰੇਸ ਲਾਣੀ ਪਏਗੀ, ਜਾਂ ਤੁਸੀਂ ਉਹਨਾਂ ਨਾਲ ਮਿਲਣ ਵਾਸਤੇ ਕੋਈ ਫਿਰ ਜਿਹੜਾ ਸ਼ਾਰਟਕਟ ਲੱਭੋਗੇ। ਸ਼ਾਰਟਕਟ ਤੇ ਲਾਈਫ 'ਚ ਨਹੀਂ ਚੰਗਾ, ਚੱਲਦਾ ਨਹੀਂ, ਫੈਮਿਲੀ ਤਾਂ ਬਿਲਕੁਲ ਨਹੀਂ ਚੱਲਦਾ। ਠੀਕ ਹੈ ਜੀ, ਫੈਮਿਲੀ ਦੇ ਵਿੱਚ 5 ਉਂਗਲਾਂ ਇੱਕੋ ਜਿਹੀ ਨਹੀਂ ਹੈਗੀਆਂ, ਸਾਰਿਆਂ ਦਾ ਆਪੋ ਆਪਣੇ ਵਿਚਾਰ ਹੁੰਦੇ ਆ। ਇਸ ਤਰ੍ਹਾਂ ਸਾਡੀ ਸੁਸਾਇਟੀ ਵਿੱਚ ਵੀ ਇਸ ਤਰ੍ਹਾਂ ਹੀ ਹੈਗਾ। ਜੇ ਕਿਸੇ ਨਾਲ ਵਿਚਾਰ ਨਹੀਂ ਵੀ ਮਿਲਦੇ ਫਿਰ ਕੀ ਹੈ, ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਪਰ ਗੱਲ ਕਰਨ ਲੱਗਿਆ ਇਸ ਗੱਲ ਦਾ ਜੇ ਧਿਆਨ ਰੱਖਿਆ ਜਾਵੇ ਕਿ ਉਹ ਗੱਲ ਕੀਤੀ ਜਾਵੇ ਜਿਹਦੇ ਨਾਲ ਦੂਸਰੇ ਦੇ ਸੈਂਟੀਮੈਂਟ ਹਰਟ ਨਾ ਹੋਣ। ਫਿਰ ਤੁਸੀਂ ਫੈਮਿਲੀ ਜਿਹੜੀ ਸਟਰੋਂਗ ਬਣਾ ਸਕਦੇ ਹੋ, ਉਹਦੇ 'ਚ ਸਟਰੋਂਗ ਰਿਲੇਸ਼ਨਸ਼ਿਪ ਜਿਹੜੀ ਹੋ ਸਕਦੀ ਹੈਗੀ। ਇਹ ਗੱਲਾਂ ਬਹੁਤ ਜ਼ਰੂਰੀ ਹੈਗੀ ਫੈਮਿਲੀ ਨੂੰ, ਫੈਮਿਲੀ ਯੂਨਿਟ ਨੂੰ ਸਟਰੋਂਗ ਬਣਾਉਣ ਲਈ। ਠੀਕ ਹੈ ਜੀ। ਹੋਰ ਤੁਸੀਂ ਆਪਣੀ ਲਾਈਫ ਐਕਸਪੀਰੀਅੰਸ ਇਹਦੇ ਬਾਰੇ ਦੱਸ ਸਕਦੇ ਹੋ ਤੇ ਜ਼ਰੂਰ ਮੈਂ ਕਹੂੰਗਾ ਕਿ ਸ਼ੇਅਰ ਕਰੀਏ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਨਾਲ। ਮੇਰਾ ਜਿਹੜਾ ਸਭ ਤੋਂ ਵੱਡਾ ਲਾਈਫ ਐਕਸਪੀਰੀਅੰਸ ਕੈਨੇਡਾ ਆ ਕੇ ਮੇਰਾ ਇਹ ਸੀਗਾ, ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਇੱਕ ਤੇ ਜਿਹੜੇ ਮੇਰੇ ਉਸ ਟਾਈਮ ਜਿਹੜੇ ਫਰੈਂਡਸ ਬਣੇ ਮੇਰੇ ਹਾਰਡ ਟਾਈਮ ਵਿੱਚ, ਉਹ ਫਰੈਂਡਸ ਮੇਰੇ ਨਾਲ ਅੱਜ ਵੀ ਨੇ ਤੇ ਰਹਿਣੇ ਚਾਹੀਦੇ ਆ। ਉਹਨਾਂ ਦੇ ਨਾਲ ਇਦਾਂ ਵੀ ਹੋਇਆ ਆ ਕਿ ਕਿਸੇ ਮਿਸਅੰਡਰਸਟੈਂਡਿੰਗ ਦੇ ਨਾਲ ਸਾਡੀ ਗੱਲਬਾਤ ਬੰਦ ਹੋ ਗਈ ਤੇ ਮੇਰੇ ਹਸਬੈਂਡ ਨੇ ਕਿਹਾ ਕਿ ਉਹਦੇ ਨਾਲ ਗੱਲਬਾਤ ਬੰਦ ਹੋ ਗਈ ਹੈ ਪ੍ਰਿਯੰਕਾ, ਯੂ ਸ਼ੁਡ ਕੰਟੈਕਟ। ਮੈਂ ਕਿਹਾ ਮੈਨੂੰ ਪਤਾ ਹੈ ਕਿ ਮੇਰਾ ਰਿਲੇਸ਼ਨਸ਼ਿਪ ਇੰਨਾ ਸਟਰੋਂਗ ਹੈਗਾ ਆ ਕਿ ਇਹ ਗੱਲਬਾਤ ਆਪਣੇ ਆਪ ਹੀ ਸ਼ੁਰੂ ਹੋ ਜਾਣੀ, ਐਂਡ ਦੈਟਸ ਵਾਟ ਹੈਪਨਡ। ਮੈਂ ਹਮੇਸ਼ਾ ਇਹ ਮੰਨਿਆ ਕਿ ਜਿਹੜਾ ਰਿਲੇਸ਼ਨਸ਼ਿਪ ਤੁਹਾਡਾ ਸਟਰੋਂਗ ਹੁੰਦਾ ਆ, ਇਟ ਆਲਵੇਜ਼ ਗੋਜ਼ ਥਰੂ ਅ ਟੈਸਟ ਆਫ ਟਾਈਮ। ਉਦੋਂ ਹਮੇਸ਼ਾ ਕੋਈ ਨਾ ਕੋਈ ਇੱਕ ਅੜਚਨ ਦੇ ਬਾਅਦ ਵੀ ਜੇ ਉਹ ਸਟੈਂਡ ਕਰਦਾ ਤੁਹਾਡੇ ਨਾਲ ਤੇ ਉਹ ਰਿਲੇਸ਼ਨਸ਼ਿਪ ਤੁਹਾਡਾ ਪੱਕਾ ਹੈ ਤੇ ਦੈਟ ਬਿਕਮਸ ਅ ਪਾਰਟ ਆਫ ਮਾਈ ਫੈਮਿਲੀ। ਦੇਖੋ ਇੱਕ ਇਹ ਗੱਲ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋ ਫਾਰ ਐਗਜ਼ਾਮਪਲ ਅਸੀਂ 2 ਜਣੇ, ਹਾਂਜੀ, ਅਸੀਂ ਕਿਸੇ ਨੂੰ ਜਾ ਕੇ ਮਿਲਦੇ ਹਾਂ, ਠੀਕ ਹੈ ਜੀ, ਮੈਂ ਕੀ ਕਹੂੰਗਾ, ਇਹ ਮੇਰੇ ਫਰੈਂਡ ਨੇ, ਜਾਂ ਮੈਂ ਕਹੂੰਗਾ ਇਹ ਮੇਰੇ ਭੈਣ ਜੀ ਹੈ। ਤੁਸੀਂ ਦੇਖੋ ਇੰਟਰੋਡਿਊਸ ਕਿਵੇਂ ਕਰਵਾਉਂਦੇ ਹੋ, ਠੀਕ ਹੈ ਜੀ। ਉਹ ਦੂਸਰੇ ਬੰਦੇ ਨੂੰ ਇਹ ਇੰਪ੍ਰੈਸ਼ਨ ਹੁੰਦਾ ਕਿ ਇਹਨਾਂ ਦਾ ਇਹ ਭਾਵੇਂ ਭੈਣ ਭਰਾ ਤੇ ਭਾਵੇਂ ਦੋਸਤ ਹੈ, ਪਰ ਇਹ ਇਕੱਠੇ ਆਏ ਆ, ਇਹ ਇੱਕ ਯੂਨਿਟ ਦੇ ਤੌਰ ਤੇ ਮਿਲਣ ਆਏ, ਠੀਕ ਹੈ ਜੀ। ਉਹਨੂੰ ਵੀ ਉਹਦੀ ਖੁਸ਼ੀ ਮਿਲੂਗੀ, ਔਰ ਤੁਹਾਡੇ ਤੋਂ ਉਹ ਇਹ ਨਹੀਂ ਹੋਏਗਾ ਕਿ ਤੁਹਾਨੂੰ ਕੋਈ ਗੱਲ ਹੋਰ ਕਹੇਗਾ, ਮੈਨੂੰ ਕੋਈ ਗੱਲ ਹੋਰ ਕਹੇਗਾ। ਉਹਨੂੰ ਪਤਾ ਇਹਨਾਂ ਦੇ ਰਿਲੇਸ਼ਨ ਕੀ ਹੈ। ਇਹਨਾਂ ਦੇ ਰਿਲੇਸ਼ਨ ਜਿਹੜੇ ਆ ਉਹ ਚਾਹੇ ਅਸੀਂ, ਮੈਂ ਜਿਵੇਂ ਪਹਿਲਾਂ ਕਿਹਾ, ਭੈਣ ਭਰਾ ਕਹੀਏ ਤੇ ਚਾਹੇ ਅਸੀਂ ਫਰੈਂਡ ਵਾਲੇ ਕਹੀਏ, ਉਸ ਤੀਸਰੇ ਬੰਦੇ ਨੂੰ ਪਤਾ ਕਿ ਮੈਂ ਇਹਨਾਂ ਦਾ ਨਾ ਤਾਂ ਭੈਣ ਭਰਾ ਵਾਲਾ ਰਿਸ਼ਤਾ ਤੋੜ ਸਕਦਾ, ਨਾ ਮੈਂ ਇਹਨਾਂ ਦਾ ਫਰੈਂਡਸ਼ਿਪ ਵਾਲਾ ਰਿਸ਼ਤਾ ਤੋੜ ਸਕਦਾ। ਇੱਕ ਯੂਨਿਟ ਬਣ ਕੇ ਪੇਸ਼ ਹੋਵੋ, ਇੱਕ ਯੂਨਿਟ ਬਣ ਕੇ ਲੋਕਾਂ ਸੁਸਾਇਟੀ ਦੇ ਵਿੱਚ ਲੋਕਾਂ ਦੇ ਸਾਹਮਣੇ ਜਾਣਾ ਚਾਹੀਦਾ ਹੈਗਾ, ਜਿਹਦੇ ਨਾਲ ਤੁਸੀਂ ਆਪਦੀ ਫੈਮਿਲੀ ਵਾਲੀ ਜਿਹੜੀ ਯੂਨਿਟ ਹੈਗੀ ਆ ਉਹਨੂੰ ਜ਼ਿਆਦਾ ਸਟਰੈਂਥ ਦੇ ਸਕਦੇ ਹੋ, ਉਹਨੂੰ ਜ਼ਿਆਦਾ ਸਟਰੋਂਗ ਕਰ ਸਕਦੇ ਹੋ, ਜਿਹੜਾ ਬਹੁਤ ਜ਼ਰੂਰੀ ਹੈਗਾ। ਇਕੱਲੇ ਬੰਦੇ ਦਾ ਕਹਿੰਦੇ ਜੀ ਇਕੱਲਾ ਰੁੱਖ ਵੀ ਨਾ ਹੋਵੇ। ਆਮ ਤੌਰ ਤੇ ਗੱਲ ਹੁੰਦੀ ਨਾ ਜੀ, ਕਹਾਵਤ ਹੁੰਦੀ ਆ ਵੀ ਇਕੱਲਾ ਰੁੱਖ ਨਹੀਂ ਹੋਣਾ ਚਾਹੀਦਾ। ਫਿਰ ਦੂਜੀ ਕਹਾਵਤ ਪੰਜਾਬੀਆਂ ਵਿੱਚ ਹੈਗਾ ਜੀ, 1 ਤੇ 1 11, ਠੀਕ ਹੈ ਜੀ। ਉਹ 1 ਤੇ 1 2 ਨਹੀਂ ਹੈ, 1 ਤੇ 1 11, ਠੀਕ ਹੈ ਜੀ। ਔਰ ਇਹ 1 ਤੇ 1 11 ਜਿਹੜੇ ਆ ਉਹ ਸਟਰੈਂਥ ਨੂੰ ਸ਼ੋ ਕਰਦੇ ਆ, ਠੀਕ ਹੈ ਜੀ। ਫੈਮਿਲੀ ਦੇ ਵਿੱਚ ਵੀ
ਛੋਟੀਆਂ ਗੱਲਾਂ ਤੇ ਕਈ ਵਾਰੀ ਝਗੜੇ ਹੋ ਜਾਂਦੇ। ਝਗੜੇ ਮੈਂ ਉਦੋਂ ਥੱਲੇ ਨਹੀਂ ਲੈ ਕੇ ਆਉਣਾ ਚਾਹੁੰਦਾ ਗੱਲ ਵੀ ਮਿਸ ਅੰਡਰਸਟੈਂਡਿੰਗ, ਝਗੜੇ ਹੀ ਹੋ ਜਾਂਦੇ ਜੀ, ਲੜਾਈਆਂ ਹੋ ਜਾਂਦੀਆਂ। ਹਾਂਜੀ, ਇੱਥੋਂ ਤੱਕ ਨੌਬਤ ਆ ਜਾਂਦੀ ਹੈ। ਠੀਕ ਹੈ ਜੀ, ਦੂਰੀ ਬਹੁਤ ਜ਼ਿਆਦਾ ਹੋ ਜਾਂਦੀ, ਮਨ ਮੁਟਾਵ ਜ਼ਿਆਦਾ ਹੋ ਜਾਂਦੇ ਆ। ਪਰ ਉਹਦੇ ਲਈ ਵੀ ਇਹ ਸੋਚ ਕੇ ਕਰਨਾ ਚਾਹੀਦਾ ਕੰਮ ਕਿ 1 ਤੇ 1 11। ਤੁਸੀਂ ਇਕੱਲੇ ਦੀ ਜਿਹੜੀ ਤੁਹਾਡੀ ਵੈਲਿਊ ਉਹ 1 ਹੈ, ਦੂਸਰੇ ਬੰਦੇ ਦੀ ਵੀ ਇਕੱਲੇ ਦੀ ਵੀ 1 ਹੈ। ਪਰ ਜੇ ਤੁਸੀਂ ਦੋਨੋਂ ਇਕੱਠੇ ਹੋ ਗਏ, ਇਹ ਜੇ ਲੋਕੀ ਸਮਝਣ ਲੱਗ ਜਾਣ ਨਾ ਇਸ ਗੱਲ ਨੂੰ ਕਿ ਇਕੱਲੇ ਰਹਿ ਕੇ ਸਾਡਾ ਕੋਈ ਮਤਲਬ ਨਹੀਂ ਹੈ, ਕੁਝ ਬਣਨਾ ਨਹੀਂ ਹੈ, ਕੁਝ ਨਹੀਂ ਬਣਨਾ। ਸੋਸਾਇਟੀ ਦੇ ਵਿੱਚ 11 ਬਣਦੇ ਹੁਣ, ਜਿਹੜੇ 11 ਹੈਗੇ ਜੀ, ਉਂਝ ਵੈਸੇ ਸ਼ੁਭ ਹੈਗਾ 11 1 31 ਬੜੇ ਸ਼ੁਭ ਹੁੰਦੇ। ਠੀਕ ਹੈ ਜੀ, ਤੇ ਜਿਹੜੇ 11 ਹੈਗੇ ਆ ਉਹਨਾਂ ਦੀ ਇੰਪੋਰਟੈਂਸ ਵੀ ਜ਼ਿਆਦਾ, ਲੋਕੀ ਉਹਨਾਂ ਦੀ ਰਿਸਪੈਕਟ ਵੀ ਕਰਦੇ ਆ, ਉਹਨਾਂ ਦੀ ਸਟਰੈਂਥ ਤੋਂ ਡਰਦੇ ਵੀ ਆ, ਡਰਦੇ ਵੀ ਇਹ ਤਾਂ ਮੈਂ ਜੋ ਮਰਜ਼ੀ ਕੋਸ਼ਿਸ਼ ਕਰ ਲਾਂ, ਇਹ ਇੱਕੋ ਹੀ ਹੈਗੇ ਆ, ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਕਿਉਂਕਿ ਕੁਝ ਲੋਕ ਨੁਕਸਾਨ ਪਹੁੰਚਾਉਣ ਦੇ ਤਾਕ ਵਿੱਚ ਵੀ ਹੁੰਦੇ ਵੀ ਇਦਾਂ ਦੀ ਗੱਲ ਕੀਤੀ ਜਾਵੇ ਵੀ ਇਹਨਾਂ 'ਚ ਪਾੜ ਪੈ ਜਾਏ, ਦੂਰ ਹੋ ਜਾਣ ਇਹ, ਤੇ ਫਿਰ ਆਪਣੇ ਫਾਇਦੇ ਲੈ ਜਾਣ। ਠੀਕ ਹੈ ਜੀ, ਫੈਮਿਲੀ ਯੂਨਿਟ ਸਾਡੀ ਲਾਈਫ ਦਾ ਬੜਾ ਇੰਪੋਰਟੈਂਟ ਯੂਨਿਟ ਹੈਗਾ। ਇਹਨੂੰ ਜਿੰਨਾ ਸਟਰੋਂਗ ਰੱਖਾਂਗੇ, ਜਿੰਨਾ ਅੰਡਰਸਟੈਂਡਿੰਗ ਰੱਖਾਂਗੇ ਇੱਕ ਦੂਜੇ ਨਾਲ, ਇੱਕ ਛੱਤ ਵਾਲੀ ਫੈਮਿਲੀ ਨਾਲ ਵੀ, ਤੇ ਫੈਮਿਲੀ ਜਿਹੜੀ ਸਾਡੀ ਸੁਸਾਇਟੀ ਵਿੱਚ ਹੈਗੀ ਹੈ, ਹਰ ਕੋਈ ਫੈਮਿਲੀ ਮੈਂਬਰ ਨਹੀਂ ਹੋ ਸਕਦਾ, ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਅੰਡਰਸਟੈਂਡਿੰਗ ਹੋਣੀ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਔਰ ਜਲਦੀ ਹੁੰਦੀ ਨਹੀਂ। ਹਰ ਇੱਕ ਬੰਦਾ ਫੈਮਿਲੀ ਦਾ ਮੈਂਬਰ ਨਹੀਂ ਹੋ ਸਕਦਾ। ਜਿਹਦੇ ਨਾਲ ਤੁਹਾਡੀ ਅੰਡਰਸਟੈਂਡਿੰਗ ਹੋ ਗਈ, ਉਹਨੂੰ ਨਿਭਾਉਣ ਦੀ ਵੀ ਸਾਡੇ 'ਚ ਅਕਲ ਹੋਣੀ ਚਾਹੀਦੀ, ਸਮਝ ਹੋਣੀ ਚਾਹੀਦੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਤੁਸੀਂ ਟਾਈਮ ਕੱਢਿਆ ਔਰ ਬੜੇ ਇੰਪੋਰਟੈਂਟ ਸਬਜੈਕਟ ਤੇ ਸਾਡੇ ਨਾਲ ਗੱਲ ਕੀਤੀ ਹੈ। ਨੈਕਸਟ ਟਾਈਮ ਫਿਰ ਕਿਸੇ ਹੋਰ ਸਬਜੈਕਟ ਤੇ ਗੱਲ ਕਰਾਂਗੇ। ਮਿਹਰਬਾਨੀ ਜੀ।